सो सतगुर माहे समाना। एह बाणी जो जियों जाने, तिस अंतर रवै हर नामा। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। बाणी बिरलो विचार सी, जे को गुरमुख होए। एह बाणी महापुरख की, निज कर वासा होए। गौड़ी चेती महला पहला, अमृत काया रह सुखाली। बाजी एह संसारो, लब लोभ मुझ कूड़ कमावे। बहुत उठावे पारो, तू कायम मैं रोल दी देखी। ज्यों तार ऊपर शारो, सुन सुन सिख हमारी। सुकृत कीता रहसी मेरे जीअड़े। बहुड़ न आवे वारी, रहाओ हाँ तुद आखा मेरी कायम। तू सुन सिख हमारी। निंदा चिंदा करें पराई, झूठी लाए तबारी। वेल पराई जो है जियड़े, करें चोरी बुरियारी। हंस चलिया तू पिछे रहिए, छुटड़ खोइए नारी। तू काया रहिए सुपनंतर,
तुध किया कर्म कमाया, कर चोरी मैं जा किछ लिया, ता मन भला पाया, हलत न शोभा पलत न टोई, अहला जन्म गवाया, हाँ खरी दोहेली होई बाबा नानक, मेरी बात ना पूछे कोई, रहाओ ताजी तुर्की सोयना रूपा, कपड़ के रे पारा, किस ही नाल ना चले नानक, चढ़ चढ़ पाए गवारा, कूजा मेवा मैं सब किछ चाखिया, एक अमृत नाम तुम्हारा, दे दे नीम दीवाल उसारी, पस मंदर की टेरी, संचे संच न देई किसही, अंध जाने सब मेरी, सोए न लंका सोए न माड़ी, संप किस न केरी, सुन मूर्ख मन अजाना, होग तिस का पाना, रहाओ शाह हमारा, ठाकुर पारा, हम तिसके बन जारे, जियो पिंड सब रास तिस की, मार आप जीवाले, शाह हमारा ठाकुर पारा, हम तिसके बन जारे, जियो पिंड सब रास तिस की, मार आपे जीवाले। वाहिगुरु जी का खालसा, वाहिगुरु जी की फतेह। ये पावन शब्द गौड़ी चेती राग अंदर जगत गुरु गुरु नानक साहब महाराज जी दे पवित्र मुख तो उच्चारण होया। 154 155 अंग ते दर्ज है। इस शब्द की विचार अज आप जी सरवण करोगे। इस महीने की संग्रांद 15 तरीक नूं है।
ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਆਪਣੇ ਨਾਵਾਂ ਦੇ ਨਾਲ ਵੀ ਸਿੰਘ ਅਤੇ ਕੌਰ ਸ਼ਬਦ ਲਿਖਿਆ ਕਰੋ। ਅਗਲੇ ਸਮੇਂ ਵਾਸਤੇ ਆਪ ਜੀ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨ ਜਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਵਾਲੀਏ ਕੁਲ ਦੋ ਜਹਾਂ, ਲੋਕ ਪਰਲੋਕ ਹਲਤ ਪਲਤ ਤੇ ਸਹਾਏ। ਦੋ ਜਹਾਨਾਂ ਦੇ ਵਾਲੀ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਕੇ ਮਹਾਨ ਸਤ ਸੰਗੀ ਜਨੋ, ਆਪ ਜੀ ਦੇ ਬਹੁਤ ਵੱਡੇ ਭਾਗ ਹਨ ਜੋ ਕਿ ਧੰਨ ਸਤਿਗੁਰੂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਜਿੱਥੇ ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਉਪਰੰਤ ਲੜੀਵਾਰ ਵਿਚਾਰ ਦੇ ਅਧੀਨ ਜੋ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੈ, ਉਸ ਦਾ ਮੂਲ ਪਾਠ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਆਓ ਹੁਕਮ ਹੋਇਆ ਹੈ ਗੁਰਬਾਣੀ ਵਿਚਾਰ ਦਾ, ਜਿੰਨਾ ਕੁ ਸਮਾਂ ਮਾਲਕ ਨੇ ਬਖਸ਼ਿਸ਼ ਕੀਤਾ ਹੈ, ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਬਾਣੀ ਵਿਚਾਰ ਵਿੱਚ ਆਪਣੇ ਮਨ ਨੂੰ ਇਕਾਗਰ ਕਰੀਏ। ਸਾਰੇ ਹੀ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅਤੇ ਪਵਿੱਤਰ ਅੰਕ 154 ਤੇ 155 ਉੱਤੇ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੱਲੋਂ ਉਚਾਰਨ ਕੀਤਾ ਹੋਇਆ ਹੈ। ਗੌੜੀ ਰਾਗ ਦੇ ਇਹਨਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਕਈ ਥਾਵਾਂ 'ਤੇ ਛੋਟੇ ਰਾਗ ਮਿਸ਼ਰਿਤ ਕੀਤੇ ਨੇ, ਜਿਵੇਂ ਇਸ ਦਾ ਜਿਹੜਾ ਹੈ ਹੈਡਿੰਗ ਹੈ ਗੌੜੀ ਚੇਤੀ ਮਹਿਲਾ ਪਹਿਲਾ। ਗੌੜੀ ਦੀ ਕਿਸਮ ਹੈ ਚੇਤੀ, ਉਸ ਦੇ ਨਾਲ ਮਿਲਾ ਕੇ ਸਤਿਗੁਰੂ ਜੀ ਨੇ ਇਸ ਸ਼ਬਦ ਨੂੰ ਗਾਇਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਉਹ ਰਾਹੋਂ ਵਾਲੀਆਂ ਤੁਕਾਂ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਮੇਰੇ ਮਾਲਕ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ 2 ਰਾਹਾਓ ਬਖਸ਼ਿਸ਼ ਕਰਦੇ ਨੇ, ਪਰ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਹਿਲੇ ਬੰਦ ਦੇ ਵਿੱਚ ਜਿਹੜਾ ਹੈ ਉਹ ਬਖਸ਼ਿਸ਼ ਕਰਦਿਆਂ ਹੋਇਆਂ ਕਾਇਆ ਨੂੰ ਸੰਬੋਧਨ ਕੀਤਾ ਹੈ। ਤੇ ਕਾਇਆ ਤੋਂ ਭਾਵ ਇੱਥੇ ਮਨੁੱਖੀ ਜੀਵਨ ਵੀ ਹੈ, ਮਨੁੱਖ ਨੂੰ ਵੀ ਸੰਬੋਧਨ ਕਰ ਰਹੇ ਨੇ। ਸਤਿਗੁਰੂ ਜੀ ਮਨੁੱਖ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰਦੇਵ ਆਖਦੇ ਨੇ, ਸੁਣ ਸੁਣ ਸਿੱਖ ਹਮਾਰੀ, ਸੁਕਰਿਤ ਕੀਤਾ ਰਹਸੀ ਮੇਰੇ ਜੀਅੜੇ, ਬਾਹੜ ਨ ਆਵੈ ਵਾਰੀ। ਰਹਾਉ। ਪਾਤਸ਼ਾਹ ਜੀ ਮਨੁੱਖ ਨੂੰ ਕਹਿੰਦੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਸੁਣ ਸੁਣ ਸਿੱਖ ਹਮਾਰੀ। ਸੁਣ ਹੇ ਭਾਈ ਤੂੰ ਸੁਣ, ਤੈਨੂੰ ਅਸੀਂ ਇੱਕ ਸਿੱਖਿਆ ਸੁਣਾਉਣ ਲੱਗੇ ਹਾਂ, ਗਿਆਨ ਦੀ ਗੱਲ ਦੱਸਣ ਲੱਗੇ ਹਾਂ। ਸਿੱਖ ਸ਼ਬਦ ਨੂੰ ਜਦੋਂ ਅਸੀਂ ਗੁਰਬਾਣੀ ਵਿੱਚ ਪੜ੍ਹਾਂਗੇ ਤਾਂ ਇਹ ਕਈ ਰੂਪਾਂ ਦੇ ਵਿੱਚ ਆਉਂਦਾ ਹੈ। ਜਦੋਂ ਸਿੱਖ ਸ਼ਬਦ ਦੇ ਖੱਖੇ ਨੂੰ ਔਂਕੜ ਹੋਵੇਗਾ ਉਦੋਂ ਇੱਕ ਸਿੱਖ ਦੀ ਗੱਲ ਚੱਲ ਰਹੀ ਹੋਏਗੀ। ਜਦੋਂ ਸ਼ਬਦ ਸਿੱਖ ਦੇ ਖੱਖੇ ਨੂੰ ਔਂਕੜ ਨਹੀਂ ਹੋਏਗਾ ਫਿਰ ਉਸ ਦਾ ਅਰਥ ਸਿੱਖ ਨਹੀਂ ਹੈ, ਉਸ ਦਾ ਅਰਥ ਹੋਏਗਾ ਸਿੱਖਿਆ। ਸਿੱਖਿਆ ਤੋਂ ਭਾਵ ਹੈ ਸੋਝੀ ਸਮਝ ਗਿਆਨ। ਸੋ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਸਾਡੀ ਸਿੱਖਿਆ ਸੁਣ, ਇੱਕ ਉੱਤਮ ਸਿੱਖਿਆ ਉੱਤਮ ਗਿਆਨ ਦੀ ਗੱਲ ਤੈਨੂੰ ਦੱਸਣ ਲੱਗੇ ਹਾਂ। ਤੇਰੇ ਵਾਸਤੇ ਫਾਇਦੇ ਦੀ ਗੱਲ ਹੈ। ਜੇ ਜ਼ਿੰਦਗੀ ਦੇ ਵਿੱਚ ਅਸੀਂ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਮੰਨ ਲਈਏ, ਵਸਾ ਲਈਏ, ਤਾਂ ਸਾਡੇ ਵਾਸਤੇ ਉਹ ਬਹੁਤ ਫਾਇਦੇ ਦੀ ਗੱਲ ਹੈ। ਜਿਸ ਵਾਸਤੇ ਅਸੀਂ ਇਸ ਸੰਸਾਰ ਵਿੱਚ ਆਏ ਹਾਂ, ਜੋ ਸਾਡਾ ਮਨੋਰਥ ਹੈ ਉਹ ਮਨੋਰਥ ਸਫਲ ਹੋ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਤੈਨੂੰ ਇੱਕ ਸਿੱਖਿਆ ਦੇਣੀ ਸੀ।
ਤੇ ਤੈਨੂੰ ਇੱਕ ਉੱਤਮ ਗੱਲ ਸਮਝਾਣੀ ਸੀ ਕਿ ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ। ਹੇ ਮੇਰੇ ਜੀੜੇ, ਹੇ ਮੇਰੀ ਜਿੰਦੇ, ਹੇ ਮੇਰੇ ਮਨਾ, ਇਹ ਸਾਰੇ ਸੰਬੋਧਨਕ ਸ਼ਬਦ ਨੇ। ਆਪਣੇ ਆਪ ਨੂੰ ਸੰਬੋਧਨ ਕਰਨਾ, ਭਾਵੇਂ ਗੁਰੂ ਸਾਹਿਬ ਜੀ ਆਪਣੇ ਮਨ ਨੂੰ ਮੁਖਾਤਬ ਰੱਖ ਕੇ ਗੱਲ ਕਰ ਰਹੇ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਹੇ ਮੇਰੇ ਜੀੜੇ, ਤੈਨੂੰ ਇੱਕ ਗੱਲ ਦੱਸਦੇ ਹਾਂ ਕਿ ਜਿਹੜੇ ਨੇਕ ਕਰਮ ਨੇ ਨਾ, ਸੁਕ੍ਰਿਤ ਕਰਮ ਨੇ, ਚੰਗੇ ਕਰਮ ਕਰੇਗਾ ਤੇ ਉਹ ਨਾਲ ਨਿਭਣਗੇ, ਉਹ ਨਾਲ ਜਾਣਗੇ, ਉਹ ਨਾਲ ਨਿਭਣਗੇ। ਤੇ ਜੇ ਤੂੰ ਮਾੜੇ ਕੰਮ ਕੀਤੇ ਨਾ ਤੇ ਉਹ ਨਾਲ ਨਹੀਂ ਨਿਭਣਗੇ। ਪਾਤਸ਼ਾਹ ਕਹਿੰਦੇ ਨੇ ਦੂਜੀ ਗੱਲ, ਇਹ ਮਨੁੱਖਾਂ ਦੇਹੀ ਦੀ ਵਾਰੀ, ਮਨੁੱਖਾਂ ਜੀਵਨ ਤੈਨੂੰ ਇੱਕ ਵਾਰ ਮਿਲਿਆ ਹੈ ਤੇ ਬਹੁਤ ਔਖਾ ਮਿਲਿਆ ਹੈ। ਯਾਦ ਰੱਖ, ਬਾਹੁੜ ਨਾ ਆਵੇ ਵਾਰੀ, ਮੁੜ ਕੇ ਨਹੀਂ ਵਾਰੀ ਆਉਣੀ। ਪਤਾ ਨਹੀਂ ਖਬਰੇ ਕਦੋਂ ਇਹ ਵਾਰੀ ਮਿਲੇਗੀ। ਇੱਕ ਤੇ ਤੈਨੂੰ ਇਹ ਵਾਰੀ ਮਨੁੱਖਾਂ ਜੀਵਨ ਦੀ ਬਹੁਤ ਸਮੇਂ ਤੋਂ ਬਾਅਦ ਮਿਲੀ ਹੈ। ਕਈ ਆਖਦੇ ਨੇ ਵੀ 84 ਲੱਖ ਜੂਨਾਂ ਤੋਂ ਬਾਅਦ ਪ੍ਰਾਪਤ ਇਹ ਮਨੁੱਖਾ ਜੂਨ ਹੁੰਦੀ ਹੈ, ਪਰ ਗੁਰਬਾਣੀ ਨੇ 84 ਲੱਖ ਜੂਨਾਂ ਤੋਂ ਵੀ ਕਿਤੇ ਵੱਧ ਦੀ ਗੱਲ ਕੀਤੀ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ। ਇਹ ਨਹੀਂ ਹੈ ਕਿ ਇੱਕ ਵਾਰ ਕੀੜਾ ਬਣ ਗਿਆ, ਇੱਕ ਵਾਰ ਹਾਥੀ ਬਣ ਗਿਆ, ਇੱਕ ਵਾਰ ਸੱਪ ਬਣ ਗਿਆ, ਮੁੜ ਕੇ ਨਹੀਂ ਬਣਨਾ। ਨਹੀਂ, ਕਈ ਜਨਮ ਵੀ ਕੀੜੇ ਬਣਨਾ ਪੈ ਸਕਦਾ ਹੈ। ਕਈ ਜਨਮ ਵੀ ਜਾਨਵਰਾਂ ਦੀਆਂ ਜੂਨਾਂ ਭੋਗਣੀਆਂ ਪੈ ਸਕਦੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫੇਰ ਜਾ ਕੇ ਤੈਨੂੰ ਇਹ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਇਹ ਵਾਰੀ ਮਿਲੀ ਹੈ। ਇਹ ਵਾਰੀ ਕਿਸ ਵਾਸਤੇ ਮਿਲੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਰੋਜ਼ਾਨਾ ਹੀ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਸੰਧਿਆ ਵੇਲੇ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਇਹ ਮਨੁੱਖਾ ਦੇਹੀ ਤੈਨੂੰ ਇਸ ਕਰਕੇ ਪ੍ਰਾਪਤ ਹੋਈ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬੜਾ ਸਪਸ਼ਟ ਤੇ ਸਿੱਧਾ ਜਿਹਾ ਸੰਦੇਸ਼ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦੇ 'ਚ ਕੋਈ ਵੱਲ ਛਲ ਵਾਲੀ ਗੱਲ ਨਹੀਂ, ਕੋਈ ਇੱਧਰ ਖੱਬੇ ਸੱਜੇ ਵਾਲੀ ਗੱਲ ਨਹੀਂ ਕਿ ਮਨੁੱਖ ਕਵੇ ਜੀ ਮੈਨੂੰ ਸਮਝ ਹੀ ਨਹੀਂ ਆਈ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਹਾਲਾਂਕਿ ਮਨੁੱਖ ਆਪਣਾ ਪੂਰਾ ਜੀਵਨ ਬਤੀਤ ਕਰ ਦਿੰਦਾ ਹੈ, ਪੂਰਾ ਸਮਾਂ ਗਵਾ ਦਿੰਦਾ ਹੈ, ਤੇ ਮਨੁੱਖ ਨੂੰ ਇਹ ਸਿੱਧੀ ਤੇ ਸਾਦੀ ਤੇ ਸਰਲ ਗੱਲ ਸਮਝ ਨਹੀਂ ਆਉਂਦੀ ਕਿ ਇਹ ਮਨੁੱਖਾਂ ਦੇ ਹੀ ਮੈਨੂੰ ਪ੍ਰਾਪਤ ਕਿਸ ਕਰਕੇ ਹੋਈ ਹੈ, ਕਿਉਂ ਹੋਈ ਹੈ। ਕਰਦਾ ਉਹ ਕੁਝ ਰਹਿੰਦਾ ਹੈ ਜੋ ਕੁਝ ਇਸ ਸਾਰੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਦੱਸਿਆ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇੰਨੇ ਪਿਆਰ ਨਾਲ ਤੈਨੂੰ ਦੱਸਿਆ ਸੀਗਾ ਕਿ ਇਹ ਮਨੁੱਖਾ ਦੇਹੀ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਜੇ ਤਾਂ ਇਸ ਮਨੁੱਖਾ ਦੇਹੀ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਗੋਬਿੰਦ ਨੂੰ ਮਿਲ ਗਿਆ, ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਫਿਰ ਤੇ ਇਹ ਮਨੁੱਖਾ ਜੀਵਨ ਸਫਲਾ ਸਮਝ ਲੈ। ਤੇ ਜੇ ਗੋਬਿੰਦ ਨੂੰ ਨਾ ਮਿਲਿਆ ਤਾਂ ਫਿਰ ਇਹ ਸਮਝ ਕੇ ਮਨੁੱਖਾ ਜੀਵਨ ਤੇਰਾ ਜਿਹੜਾ ਹੈ ਉਹ ਅਕਾਰਥ ਚਲਾ ਗਿਆ, ਬੇਅਰਥ ਚਲਾ ਗਿਆ, ਤੇ ਇਹ ਅਜਾਈਂ ਚਲਾ ਗਿਆ। ਮੁੜ ਕੇ ਫਿਰ ਵਾਰੀ ਕਦੋਂ ਆਵੇਗੀ ਇਹ ਕੋਈ ਨਹੀਂ ਜਾਣਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਦੋਂ ਆਪ ਜੀ ਪੜ੍ਹੋਗੇ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪਣੀ ਸ਼ਲੋਕਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੀ ਇਹ ਰੱਖਦੇ ਨੇ ਮਨੁੱਖ ਦੇ ਸਾਹਮਣੇ ਕਿ ਭਾਈ ਯਾਦ ਰੱਖ, ਜੇ ਗੋਬਿੰਦ ਦੇ ਗੁਣ ਗਾਇਨ ਕਰ ਲਏ ਮਨੁੱਖਾ ਜੀਵਨ ਵਿੱਚ ਫਿਰ ਤੇ ਜੀਵਨ ਸਫਲ ਹੈ, ਤੇ ਜੇ ਗੋਬਿੰਦ ਦੇ ਗੁਣ ਤੂੰ ਗਾਇਨ ਨਹੀਂ ਕੀਤੇ ਫਿਰ ਇਉਂ ਸਮਝ ਕੇ ਜੀਵਨ ਅਕਾਰਥ ਚਲਾ ਗਿਆ, ਜੀਵਨ ਬੇਅਰਥ ਚਲਾ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਪਾਵਨ ਬਚਨ ਭਲਾ ਸਾਡੇ ਚੋਂ ਕਿਸ ਨੂੰ ਚੇਤੇ ਨਹੀਂ? ਸਾਰਿਆਂ ਨੂੰ ਤਾਂ ਚੇਤੇ ਨੇ, ਪਰ ਅਮਲ ਜਿਹੜਾ ਹੈ ਉਹ ਬਹੁਤ ਘੱਟ ਲੋਕ ਹੀ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਹਰਿ ਭਜ ਮਨਾ, ਜੇ ਬਿਦ ਜਲ ਕੋ ਮੀਨ। ਵੇਖੋ ਮੈਂ ਬੇਨਤੀ ਕਰਾਂ,
ਕਿ ਮਨੁੱਖਾਂ ਜੀਵਨ ਦੋ ਤਰੀਕੇ ਦਾ ਹੀ ਹੁੰਦਾ ਹੈ, ਜਾਂ ਤਾਂ ਸਕਾਰਥ ਜਾਂ ਅਕਾਰਥ। ਜਾਂ ਸੁਕ੍ਰਿਤ ਕਰਮ ਕਰ ਲਈਏ ਤੇ ਜਾਂ ਭੈੜੇ ਕਰਮ ਕਰ ਲਈਏ। ਸੁਕ੍ਰਿਤ ਕਰਮ ਕਰਾਂਗੇ ਤਾਂ ਜੀਵਨ ਸਕਾਰਥ ਹੋਏਗਾ, ਤੇ ਜੇ ਅਸੀਂ ਨਕਾਰਾ ਕਰਮ ਕਰਾਂਗੇ, ਬੇਅਰਥ ਦੇ ਕਰਮ ਕਰਾਂਗੇ, ਜਿਨ੍ਹਾਂ ਵਾਸਤੇ ਇਹ ਸਾਡਾ ਮਨੁੱਖਾ ਜੀਵਨ ਹੋਇਆ ਹੀ ਨਹੀਂ ਹੈ, ਤੇ ਅਸੀਂ ਉਹ ਭੈੜੇ ਕਰਮ ਕਰੀ ਜਾਵਾਂਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ, ਤਾਂ ਸਤਿਗੁਰੂ ਕਹਿੰਦੇ ਨੇ ਜੀਵਨ ਅਕਾਰਥ ਹੈ। ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੀਵਨ ਮੇਰਾ ਸਕਾਰਥ ਹੋ ਜਾਏ। ਤੇ ਜੀਵਨ ਸਕਾਰਥ ਕਦੋਂ ਹੋਵੇਗਾ? ਜੀਵਨ ਸਕਾਰਥ ਉਦੋਂ ਹੀ ਹੋ ਸਕਦਾ ਹੈ ਜਦੋਂ ਇਹ ਸਤਿਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਵਸਾਵੇਗਾ। ਕਿਉਂਕਿ ਹਜੇ ਤਾਂ ਮਨੁੱਖ ਜਿਹੜਾ ਹੈ ਉਹ ਸਹੀ ਮਾਰਗ ਤੇ ਤੁਰ ਹੀ ਨਹੀਂ ਰਿਹਾ। ਹਜੇ ਤਾਂ ਮਨੁੱਖ ਜਿਹੜਾ ਹੈ ਉਹ ਸਿੱਧੇ ਮਾਰਗ ਤੇ ਨਹੀਂ ਤੁਰ ਰਿਹਾ, ਪੁੱਠੇ ਪਾਸੇ ਹੀ ਜਾ ਰਿਹਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਹੈ ਉਹ ਅੱਜ ਦੇ ਗੁਰਵਾਕ ਨੂੰ ਆਪ ਜੀ ਪੜ੍ਹੋਗੇ ਤਾਂ ਸਤਿਗੁਰੂ ਅੱਜ ਦੇ ਹੁਕਮਨਾਮੇ ਵਿੱਚ ਵੀ ਇਹੀ ਗੱਲ ਕਹਿ ਰਹੇ ਨੇ ਕਿ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਭਈ ਭੁੱਲਿਆਂ ਹੋਇਆਂ ਨੂੰ ਮਾਰਗ ਤੇ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾ ਦਿੱਤਾ ਨਾ, ਐਸਾ ਗੁਰੂ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਤੇ ਯਾਦ ਰੱਖੋ, ਇਸ ਕੁੱਲ ਦੁਨੀਆ ਤੇ ਮੇਰੇ ਸਤਿਗੁਰੂ ਜੀ ਨੇ ਭੁੱਲੇ ਭਟਕੀ ਰਾਹੀਆਂ ਨੂੰ ਸਿੱਧੇ ਮਾਰਗ ਤੇ ਪਾਇਆ ਹੈ। ਮੇਰੇ ਸਤਿਗੁਰੂ ਦੀ ਬਾਣੀ, ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਸਾਨੂੰ ਭੁੱਲਿਆਂ ਨੂੰ ਸਿੱਧੇ ਮਾਰਗ ਤੇ ਪਾਉਂਦੀ ਹੈ। ਬਾਸਰਤ ਹੁਣ ਸਾਡਾ ਫਰਜ਼ ਬਣਦਾ ਹੈ ਕਿ ਜੋ ਮਾਰਗ ਮੇਰੇ ਸਤਿਗੁਰੂ ਨੇ ਦੱਸਿਆ, ਜੋ ਗੁਰਮੁਖ ਗਾਡੀ ਰਾਹ ਦਾ ਪਾਂਦੀ ਬਣਾ ਕੇ ਸਾਨੂੰ ਤੋਰਿਆ, ਅਸੀਂ ਉਸ ਮਾਰਗ ਤੇ ਤੁਰੀਏ। ਇਹ ਸਾਡਾ ਹੁਣ ਫਰਜ਼ ਬਣਦਾ ਹੈ ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਣ ਸੁਣ ਸਿੱਖ ਹਮਾਰੀ, ਭਾਈ ਮੇਰੀ ਸਿੱਖਿਆ ਸੁਣ, ਧਿਆਨ ਨਾਲ ਸੁਣ। ਇਹ ਗੁਰੂ ਦੀ ਸਿੱਖਿਆ ਹੀ ਤੈਨੂੰ ਜਿਹੜਾ ਹੈ ਮਨੁੱਖਾ ਜੀਵਨ ਵਿੱਚ ਪਾਰ ਲੰਘਾਏਗੀ। ਗੁਰੂ ਦੀ ਸਿੱਖਿਆ ਹੀ ਤੈਨੂੰ ਮਨੁੱਖਾ ਜੀਵਨ ਵਿੱਚ ਸਫਲਾ ਕਰੇਗੀ। ਗੁਰੂ ਦੀ ਸਿੱਖਿਆ ਕਿੱਥੋਂ ਆਰੰਭ ਹੁੰਦੀ ਹੈ? ਮੇਰੇ ਮਾਲਕ ਕਹਿੰਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਵਸਾ ਲੈਣਾ। ਜੋ ਗੁਰੂ ਕਹਿੰਦਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਾਨੂੰ ਸਤਿਗੁਰੂ ਨੇ ਹੋਕਾ ਕੀ ਦਿੱਤਾ ਹੈ? ਸਾਨੂੰ ਹੋਕਾ ਦਿੱਤਾ ਹੈ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮੇਰੇ ਮਾਲਕ ਕਹਿੰਦੇ ਨੇ, ਹੇ ਗੁਰੂ ਦੇ ਸਿੱਖੋ, ਹੇ ਮਿੱਤਰੋ, ਆਓ ਗੁਰੂ ਦੀ ਚਾਲੇ ਚੱਲਣਾ ਸ਼ੁਰੂ ਕਰੋ, ਗੁਰੂ ਦੀ ਸਿੱਖਿਆ ਉੱਤੇ ਤੁਰਨਾ ਸ਼ੁਰੂ ਕਰੋ। ਜਿਵੇਂ ਗੁਰੂ ਕਹਿੰਦਾ ਹੈ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਕੀ ਆਖਦਾ? ਗੁਰੂ ਮਨੁੱਖਾ ਜੀਵਨ ਵਾਸਤੇ ਇਹੀ ਤੇ ਆਖਦਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਭਾਈ ਕੁਝ ਸਮਾਂ ਕੱਢਿਆ ਕਰੋ, ਬੰਦਗੀ ਕਰਿਆ ਕਰੋ, ਨਾਮ ਜਪਿਆ ਕਰੋ, ਅੰਮ੍ਰਿਤ ਵੇਲੇ ਉਠਿਆ ਕਰੋ, ਨਿਤਨੇਮ ਕਰਿਆ ਕਰੋ, ਬਾਣੀਆਂ ਪੰਜ ਬਾਣੀਆਂ ਪੜਿਆ ਕਰੋ, ਸਹਿਜ ਪਾਠ ਕਰਿਆ ਕਰੋ, ਆਪਣੇ ਨੇਕ ਤੇ ਚੰਗੇ ਕਰਮ ਕਰੋ, ਕਿਸੇ ਦਾ ਮਾੜਾ ਨਾ ਕਰੋ, ਕਿਸੇ ਬਾਰੇ ਮਾੜਾ ਨਾ ਸੋਚੋ, ਕਿਸੇ ਦਾ ਮਾੜਾ ਨਾ ਚਿਤਵੋ। ਗੁਰੂ ਦੀ ਸਿੱਖਿਆ ਤੇ ਬੜੀ ਉੱਤਮ ਹੈ, ਗੁਰੂ ਦੀ ਸਿੱਖਿਆ ਤੇ ਬੜੀ ਮਹਾਨ ਹੈ। ਗੁਰੂ ਦੀ ਸਿੱਖਿਆ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਗੁਰੂ ਦੀ ਸਿੱਖਿਆ ਕਾਲ ਕਾਏ ਖਿਚ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਗੁਰੂ ਦੀਆਂ ਸਿੱਖਿਆਵਾਂ ਤੇ ਬੜੀਆਂ ਮਹਾਨ ਨੇ, ਗੁਰੂ ਦੀਆਂ ਸਿੱਖਿਆਵਾਂ ਤੇ ਬੜੀਆਂ ਉੱਤਮ ਨੇ। ਅਸੀਂ ਕਿੰਨੀਆਂ ਕੁ ਗੁਰੂ ਦੀਆਂ ਸਿੱਖਿਆਵਾਂ ਮੰਨਦੇ ਹਾਂ, ਇਹ ਮੇਰੇ ਸਮੇਤ ਸਾਨੂੰ ਆਪੋ ਆਪਣਾ ਪਤਾ ਹੋਣਾ ਚਾਹੀਦਾ ਹੈ। ਕੀ ਮੈਂ ਕਿਸੇ ਨਾਲ ਵਧੀਕੀ ਤਾਂ ਨਹੀਂ ਕਰ ਰਿਹਾ? ਕੀ ਮੈਂ ਕਿਸੇ ਦਾ ਹੱਕ ਤੇ ਨਹੀਂ ਖੋ ਰਿਹਾ? ਕਿਸੇ ਦਾ ਹੱਕ ਮਾਰ ਤੇ ਨਹੀਂ ਰਿਹਾ? ਕਿਸੇ ਦੇ ਮੈਂ ਜਿਹੜਾ ਹੈ ਉਹ ਝੂਠੀ ਸ਼ਿਕਾਇਤ ਤਾਂ ਨਹੀਂ ਕਰ ਰਿਹਾ? ਕਿਸੇ ਦੀ ਨਿੰਦਿਆ ਚੁਗਲੀ ਤਾਂ ਨਹੀਂ ਕਰ ਰਿਹਾ? ਕਿਸੇ ਨਾਲ ਠੱਗੀ ਠੋਰੀ ਤਾਂ ਨਹੀਂ ਕਰ ਰਿਹਾ? ਕਿਸੇ ਨੂੰ ਮਾੜੀ ਨਿਗਾਹ ਨਾਲ ਤਾਂ ਨਹੀਂ ਤੱਕ ਰਿਹਾ? ਇਹ ਸਾਰੀਆਂ ਗੱਲਾਂ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਬੜੇ ਵਿਸਥਾਰ ਨਾਲ ਦੱਸੀਆਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਤੈਨੂੰ ਗੁਰੂ ਦੀ ਸਿੱਖਿਆ ਬੜੀ ਉੱਤਮ ਦਿੱਤੀ ਸੀ,
ਬੜੀ ਮਹਾਨ ਦਿੱਤੀ ਸੀ। ਕੀ ਤੂੰ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਕੋਈ ਤਬਦੀਲੀ ਲਿਆਂਦੀ ਹੈ? ਸਿੱਖਿਆ ਦਾ ਭਾਵ ਤਾਂ ਇਹੀ ਹੈ ਨਾ ਜੀ, ਮੇਰਾ ਅਧਿਆਪਕ ਮੈਨੂੰ ਪੜ੍ਹਾ ਰਿਹਾ, ਬਾਰ-ਬਾਰ ਮੈਨੂੰ ਸਿੱਖਿਆ ਦੇ ਰਿਹਾ ਹੈ, ਤੇ ਜੇ ਮੈਂ ਉਹਦੀ ਸਿੱਖਿਆ ਨੂੰ ਫੋਲੋ ਹੀ ਨਾ ਕਰਾਂ, ਉਹਨੂੰ ਮੰਨਾਂ ਹੀ ਨਾ, ਉਹਦੇ ਉੱਤੇ ਤੁਰਾਂ ਹੀ ਨਾ, ਮੇਰਾ ਜੀਵਨ ਬਦਲ ਜਾਏਗਾ? ਕਦੇ ਵੀ ਨਹੀਂ ਹੋ ਸਕਦਾ। ਗੁਰੂ ਦੀ ਜੋ ਉੱਤਮ ਸਿੱਖਿਆ ਹੈ ਉਹ ਸਾਡੇ ਜੀਵਨ ਨੂੰ ਬਦਲਣ ਵਾਸਤੇ ਹੀ ਹੈ। ਸਾਨੂੰ ਇੰਨੀਆਂ ਮਹਾਨ ਸਿੱਖਿਆਵਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਨੇ ਦਿੱਤੀਆਂ, ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ। ਮੌਜੂਦਾ ਸਮੇਂ ਵਿੱਚ ਵੀ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਿੰਨਾ ਕੁ ਮੰਨਦੇ ਹਾਂ। ਵੇਖੋ, ਸਾਡਾ ਪਹਿਲਾ ਫਰਜ਼ ਹੀ ਸਿੱਖੀ ਸਿੱਖਿਆ ਤੋਂ ਆਰੰਭ ਹੋ ਕੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਕਹਿੰਦੇ ਨੇ ਕਿ ਚਾਕਰ ਲੱਗੇ ਚਾਕਰੀ, ਚੱਲੈ ਖਸਮੇ ਭਾਏ। ਸਤਿਗੁਰੂ ਸਾਨੂੰ ਇਸ ਗੱਲ ਨੂੰ ਕਹਿੰਦੇ ਨੇ ਕਿ ਭਾਈ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੁੜ ਚੋਟਾਂ ਖਾਵੈ। ਸੋ ਸਤਿਗੁਰੂ ਪਾਤਸ਼ਾਹ ਤਾਂ ਕਹਿੰਦੇ ਮੇਰਾ ਸਿੱਖ, ਮੇਰਾ ਸਖਾ, ਮੇਰਾ ਬੰਦਪ ਉਹ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਗੁਰੂ ਦੀ ਆਗਿਆ ਵਿੱਚ ਚੱਲਦਾ ਹੈ। ਇੱਥੇ ਗੁਰੂ ਦੀ ਸਿੱਖਿਆ ਮੁਤਾਬਕ ਵੀ ਤੁਸੀਂ ਕਹਿ ਸਕਦੇ ਹੋ ਕਿ ਗੁਰੂ ਦੀ ਸਿੱਖਿਆ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਜੋ ਗੁਰ ਕਹੈ ਸੋਈ ਭਲ ਮਾਨੋ। ਗੁਰੂ ਨੇ ਆਖਿਆ ਭਾਈ ਤੁਸੀਂ ਸਿੱਖ ਤਾਂ ਹੋ ਜੇ ਕੇਸ ਰੱਖੇ ਨੇ, ਤੇ ਜੇ ਕੋਈ ਕਿੰਤੂ ਕਰੇ, ਜੇ ਕੋਈ ਸਵਾਲ ਕਰੇ, ਗੁਰੂ ਦੀ ਸਿੱਖਿਆ ਉੱਤੇ ਕਿੰਤੂ ਨਹੀਂ ਹੋ ਸਕਦਾ, ਗੁਰੂ ਦੇ ਗਿਆਨ ਉੱਤੇ ਕਿੰਤੂ ਨਹੀਂ ਹੋ ਸਕਦਾ। ਜੋ ਗੁਰ ਕਹੈ ਸੋਈ ਭਲ ਮੰਨ। ਅਸੀਂ ਕਹਿੰਦੇ ਹਾਂ ਨਹੀਂ, ਜਿਹੜਾ ਹੈ ਅਸੀਂ ਵੱਡੇ ਸਿਆਣੇ ਆ, ਬਿਊਟੀ ਪਾਰਲਰ ਵਾਲੇ ਬੜੇ ਸਿਆਣੇ ਨੇ, ਨਾਈ ਬੜੇ ਸਿਆਣੇ ਨੇ, ਅਸੀਂ ਬੜਾ ਕੁਝ ਕਹਿੰਦੇ ਆ, ਨਹੀਂ ਸਾਡੀ ਸ਼ਕਲ ਸੂਰਤ ਉਹਨਾਂ ਨੇ ਬੜੀ ਸੋਹਣੀ ਘੜੀ ਹੈ, ਤੇ ਰੱਬ ਨੇ ਜਿਹੜੀ ਘੜੀ ਹੈ। ਪਾਤਸ਼ਾਹ ਤੇ ਸਤਿਗੁਰੂ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਕਹਿੰਦੇ ਭਾਈ ਤੈਨੂੰ ਇਹ ਜੋ ਕੁਝ ਦਿੱਤਾ ਹੈ ਨਾ, ਇਹ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਕਾਹਨੂੰ ਭੰਨਦਾ ਪਿਆ? ਇਹ ਸਾਬਤ ਸੂਰਤ ਤੈਨੂੰ ਇਹ ਸ਼ਕਲ ਉਸ ਮਾਲਕ ਨੇ ਦਿੱਤੀ ਹੈ, ਇੰਨੀ ਸੋਹਣੀ ਦਿੱਤੀ ਹੈ, ਇੰਨੇ ਸੋਹਣੇ ਕੇਸ ਦਿੱਤੇ ਨੇ, ਇੰਨਾ ਸੋਹਣਾ ਦਾੜਾ ਦਿੱਤਾ ਹੈ, ਕਾਹਨੂੰ ਕੈਂਚੀ ਲਾਈ ਜਾਂਦੇ? ਜੋ ਮੇਰੇ ਮਾਲਕ ਨੇ ਤੈਨੂੰ ਬਖਸ਼ਿਸ਼ ਕੀਤੀ ਹੈ, ਉਸ ਬਖਸ਼ਿਸ਼ ਨੂੰ ਆਪਣੀ ਝੋਲੀ ਵਿੱਚ ਪਵਾ, ਆਪਣੇ ਜੀਵਨ ਵਿੱਚ ਵਸਾ, ਸਾਬਤ ਸੂਰਤ ਰਹੋ। ਇਹੀ ਗੱਲ ਜਿਹੜੀ ਹੈ ਨਾ, ਇਹ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ ਤੱਕ ਜਾਂਦੀ ਹੈ। ਇਹੀ ਗੱਲ ਤੁਹਾਨੂੰ ਜੇ ਤੁਸੀਂ ਸਾਬਤ ਸੂਰਤ ਰਹੋਗੇ, ਗੁਰ ਮਰਿਆਦਾ ਵਿੱਚ ਰਵਾਂਗੇ, ਤਾਂ ਇਹ ਸਾਨੂੰ ਮਾਣ ਦਵਾਏਗੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਜੇ ਅਸੀਂ ਖਾਲਸੇ ਹੀ ਨਹੀਂ ਰਵਾਂਗੇ, ਅਸੀਂ ਤੇ ਕੇਸਾਂ ਉੱਤੇ ਕਿੰਤੂ ਕਰਦੇ ਹਾਂ, ਅੰਮ੍ਰਿਤ ਉੱਤੇ ਕਿੰਤੂ ਕਰਦੇ ਹਾਂ, ਬਾਣੀਆਂ ਉੱਤੇ ਕਿੰਤੂ ਕਰਦੇ ਹਾਂ, ਕਿੰਨਾ ਕੁਝ ਅਸੀਂ ਕਰੀ ਜਾਂਦੇ ਹਾਂ। ਨਹੀਂ ਭਾਈ, ਜੋ ਅੰਮ੍ਰਿਤ ਦੀ ਰਹਿਤ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਣਾਈ ਹੈ, ਜੋ ਮਰਿਆਦਾ ਬਣਾਈ ਹੈ, ਉਸ ਮਰਿਆਦਾ ਦੇ ਮੁਤਾਬਕ ਤੈਨੂੰ ਸਿੱਖ ਧਰਮ ਵਿੱਚ ਪ੍ਰਵੇਸ਼ ਹੋਣ ਵਾਸਤੇ ਅੰਮ੍ਰਿਤ ਛਕਣਾ ਚਾਹੀਦਾ ਹੈ। ਜਿਹੜੀਆਂ ਸਿੱਖਿਆਵਾਂ ਮੇਰੇ ਮਾਲਕ ਨੇ ਦਿੱਤੀਆਂ, ਕੇਸ ਕੱਟਣੇ ਨਹੀਂ, ਪੁੱਟਣੇ ਨਹੀਂ, ਰੋਮਾਂ ਦੀ ਬੇਦਬੀ ਨਹੀਂ ਕਰਨੀ, ਇਹਨੂੰ ਆਪਣੇ ਜੀਵਨ ਵਿੱਚ ਵਸਾ। ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਵਰਤਣਾ, ਇਹਨੂੰ ਆਪਣੇ ਜੀਵਨ ਵਿੱਚ ਵਸਾ। ਇਹ ਤਾਂ ਉੱਤਮ ਸਿੱਖਿਆ ਹੈ। ਅੱਜ ਮਾਲਕ ਦੀ ਸਿੱਖਿਆ ਨੂੰ ਲਾਮੇ ਕਰਕੇ ਪਤਾ ਨਹੀਂ ਕਿੰਨੇ ਕਿੰਨੇ ਪ੍ਰਕਾਰ ਦੇ ਮਨੁੱਖ ਜਿਹੜਾ ਉਹ ਨਸ਼ੇ ਕਰੀ ਜਾ ਰਿਹਾ ਹੈ, ਘਰਾਂ ਦੇ ਘਰ ਤਬਾਹ ਹੋ ਰਹੇ ਨੇ, ਆਪਣੀ ਅੰਮ੍ਰਿਤ ਕਾਇਆ ਨੂੰ ਤਬਾਹ ਕਰੀ ਜਾ ਰਿਹਾ, ਆਪਣੇ ਪਰਿਵਾਰ ਨੂੰ ਤਬਾਹ ਕਰੀ ਜਾ ਰਿਹਾ। ਮੇਰੇ ਮਾਲਕ ਦੀਆਂ ਉੱਤਮ ਸਿੱਖਿਆਵਾਂ ਕਿ ਪਰ ਇਸਤਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਤੇ ਮਨੁੱਖ ਕਰੀ ਕੀ ਜਾ ਰਿਹਾ? ਅਖਬਾਰਾਂ ਦੀਆਂ ਹੈਡਿੰਗਾਂ ਰੋਜ਼ਾਨਾ ਪੜ੍ਹ ਕੇ ਵੇਖ ਲਓ, ਅਗਲੇ ਫਰੰਟ ਸਾਈਡ ਤੇ ਲਾਉਂਦੇ ਨੇ ਪਹਿਲਾਂ ਮੋਟੇ ਹੈਡਿੰਗ ਕਰਕੇ, ਮੁਸਲਮਾਨੀ ਤਰੀਕੇ ਨਾਲ ਪੁੱਠਾ ਹਲਾਲ ਮਾਂਸ ਨਹੀਂ ਖਾਣਾ। ਕਿੰਨੀਆਂ ਉੱਤਮ ਸਿੱਖਿਆਵਾਂ ਮੇਰੇ ਮਾਲਕ ਨੇ ਸਾਨੂੰ ਦਿੱਤੀਆਂ। ਅਸੀਂ ਫੇਰ ਜਿਹੜਾ ਹੈ ਉਹ ਜਿਹੜੀਆਂ ਸਿੱਖਿਆਵਾਂ ਸਤਿਗੁਰੂ ਪਾਤਸ਼ਾਹ ਨੇ ਦਿੱਤੀਆਂ, ਜਿਨ੍ਹਾਂ ਨੂੰ ਅਸੀਂ 4 ਬੱਜਰ ਕੁਰਹਿਤਾਂ ਇਤਿਹਾਸ ਵਿੱਚ ਲਿਖਿਆ ਪੜ੍ਹਦੇ ਹੋ, ਫਿਰ ਵੀ ਲੋਕ ਬੱਜਰ ਕੁਰਹਿਤਾਂ ਵੱਲ ਪਾਈ ਜਾ ਜਿਹੜਾ ਉਹ ਪਈ ਜਾਂਦੇ ਨੇ, ਉਹਨਾਂ ਦੇ ਮਗਰ ਦੌੜੀ ਜਾਂਦੇ ਨੇ। ਅਸੀਂ ਕਦੋਂ ਸਤਿਗੁਰੂ ਦੀ ਸਿੱਖਿਆ ਨੂੰ ਮੰਨਾਂਗੇ?
ਕਦੋਂ ਗੁਰੂ ਦੇ ਸਿੱਖ ਆਵਾਂਗੇ? ਸਿੱਖ ਦਾ ਫਰਜ਼ ਹੀ ਇਹ ਹੈ, ਸਿੱਖ ਕਹਿੰਦੇ ਹੀ ਉਸ ਨੂੰ ਨੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੇ। ਤੇ ਸਤਿਗੁਰੂ ਦੇ ਦਰ ਤੇ ਆਏ ਆ, ਮੱਥਾ ਟੇਕਦੇ ਆ। ਮੱਥਾ ਟੇਕਣ ਦਾ ਭਾਵਾਰਥ ਹੀ ਇਹ ਹੈ, ਮਕਸਦ ਹੀ ਇਹ ਹੈ, ਦਾਤਾ ਅਸੀਂ ਆਪਣੀ ਮੱਤ ਤੁਹਾਡੇ ਚਰਨਾਂ 'ਚ ਰੱਖਦੇ ਆ ਤੇ ਤੁਹਾਡੀ ਮੱਤ ਅਸੀਂ ਗ੍ਰਹਿਣ ਕਰਦੇ ਆ। ਗੁਰੂ ਕੀ ਮੱਤ ਲੈਣ ਵਾਸਤੇ ਅਸੀਂ ਆਏ ਆ। ਬਾਣੀ 'ਚ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਨਾ, ਗੁਰ ਕੀ ਮੱਤ ਤੂੰ ਲੈ ਇਆਨੇ, ਐ ਇਆਣੇ ਬੰਦੇ ਤੂੰ ਗੁਰੂ ਦੀ ਮੱਤ ਲੈ। ਤੇ ਗੁਰੂ ਸਵਾਰਿਓ, ਜੇ ਗੁਰੂ ਕੀ ਸਿੱਖਿਆ, ਗੁਰੂ ਕੀ ਮੱਤ ਅੱਜ ਗੁਰਦੁਆਰਿਆਂ ਵਿੱਚ, ਗੁਰੂ ਘਰਾਂ ਵਿੱਚ ਦਿੱਤੀ ਜਾ ਰਹੀ ਹੈ, ਮੈਨੂੰ ਮਾਫ ਕਰਨਾ, ਅੱਜ ਤਾਂ ਸੱਚਾਈ ਇਹ ਵੀ ਹੈ ਕਿ ਵਿਦੇਸ਼ਾਂ ਦੇ ਲੋਕ, ਦੁਨੀਆ ਦੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਜੇ ਚੰਗੇ ਇਨਸਾਨ ਦੀ ਘਾੜਤ ਘੜਨੀ ਹੈ ਨਾ, ਤਾਂ ਉਸ ਇਨਸਾਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਿਓ। ਜੇ ਸਮਾਜ ਨੂੰ ਨਿਰੋਇਆ ਚਾਹੁੰਦੇ ਹੋ, ਜੇ ਸਮਾਜ ਨੂੰ ਚੰਗਾ ਚਾਹੁੰਦੇ ਹੋ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਸ ਨੂੰ ਸਿੱਖਿਆ ਦਿਓ। ਗੁਰੂ ਸਵਾਰਿਓ, ਤੁਸੀਂ ਵੇਖ ਰਹੇ ਹੋ, ਔਰ ਮੈਂ ਮਾਣ ਵੀ ਕਰਦਾ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ, ਜਿਨ੍ਹਾਂ ਨੇ ਸਾਨੂੰ ਇਹ ਸਿੱਖੀ ਦੀ ਅਮੋਲਕ ਦਾਤ ਬਖਸ਼ਿਸ਼ ਕੀਤੀ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ, ਅਸੀਂ ਉਸ ਧਰਮ ਵਿੱਚ ਜਨਮੇ ਹਾਂ, ਉਸ ਧਰਮ ਵਿੱਚ ਸਾਨੂੰ ਜਨਮ ਮਿਲਿਆ ਹੈ ਜਿਸ ਤੋਂ ਲੋਕ ਕੁਰਬਾਨ ਹੁੰਦੇ ਰਹੇ, ਜਿਨ੍ਹਾਂ ਨੇ ਸਿੱਖੀ ਦੇ ਬਦਲੇ ਆਪਣੇ ਖੋਪਰ ਲਵਾ ਦਿੱਤੇ, ਬੰਦ ਕਟਵਾ ਦਿੱਤੇ, ਤਨ ਆਰਿਆਂ ਨਾਲ ਚਿਰਾ ਦਿੱਤੇ, ਆਪਣਾ ਧਰਮ ਨਹੀਂ ਹਾਰਿਆ। ਅਸੀਂ ਐਵੇਂ ਹੀ ਬਾਗੀ ਹੋਈ ਜਾ ਰਹੇ ਹਾਂ। ਅੱਜ ਮੋੜਾ ਪਿਆ ਹੈ, ਅੱਜ ਗੁਰੂ ਦੀ ਸਿੱਖਿਆ ਦੀ ਗੱਲ ਜਿਹੜੀ ਹੈ ਉਹ ਤੁਰੀ ਹੈ। ਪਤਿਤ ਪੁਣੇ ਤੋਂ ਅੱਜ ਸਿੱਖੀ ਵੱਲ ਵੱਧ ਰਹੇ ਨੇ, ਨਸ਼ਿਆਂ ਦਾ ਤਿਆਗ ਕਰਕੇ ਅੱਜ ਜਿਹੜਾ ਸਿੱਖੀ ਵਾਸਤੇ ਕੁਝ ਮੋੜਾ ਪਿਆ। ਅੱਜ ਸਿੱਖਾਂ ਦੇ ਉਹ ਸਿੱਖ, ਉਹ ਮਾਪੇ ਧੰਨਵਾਦ ਦੇ ਪਾਤਰ ਵੀ ਨੇ। ਮੈਂ ਵਧਾਈ ਵੀ ਦਿਆਂਗਾ ਉਹਨਾਂ ਨੂੰ ਕਿ ਅੱਜ ਤੁਸੀਂ ਵੇਖੋ ਕਿ ਜੇ ਧਰਮ ਪ੍ਰਚਾਰ ਕਮੇਟੀ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਗੁਰੂ ਨਾਨਕ ਦੀ ਸਿੱਖਿਆ ਨੂੰ, ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਘਰ ਘਰ ਤੱਕ ਲੈ ਜਾਣਾ ਹੈ, ਤੇ ਇਹ ਬੱਚਿਆਂ ਰਾਹੀਂ ਹੋ ਸਕਦਾ ਹੈ, ਇਹ ਗੁਰਮਤਿ ਕੈਂਪਾਂ ਰਾਹੀਂ ਹੋ ਸਕਦਾ ਹੈ, ਇਹ ਸੈਮੀਨਾਰਾਂ ਰਾਹੀਂ ਹੋ ਸਕਦਾ ਹੈ। ਜਦੋਂ ਗੁਰਮਤਿ ਕੈਂਪਾਂ ਦੀ ਗੱਲ ਚੱਲੀ ਤੇ ਸਤਿਕਾਰਯੋਗ ਗਿਆਨੀ ਜੀ ਜਿਵੇਂ ਰੋਜ਼ ਹੋਕਾ ਦਿੰਦੇ ਨੇ, ਰੋਜ਼ਾਨਾ ਕਹਿੰਦੇ ਨੇ ਕਿ ਭਾਈ ਘਰਾਂ ਵਿੱਚ ਪੰਜਾਬੀ ਬੋਲੋ, ਕਿਉਂਕਿ ਪੰਜਾਬੀ ਭਾਸ਼ਾ ਮਨਫੀ ਹੋ ਚੁੱਕੀ ਸਾਡੇ ਘਰਾਂ 'ਚੋਂ। ਸਾਡੇ ਘਰਾਂ 'ਚੋਂ ਜਿਹੜੀ ਬਾਣੀ ਦੀ ਗੱਲ ਹੈ ਉਹ ਗਵਾਚ ਚੁੱਕੀ ਸੀ। ਹਾਲਾਂਕਿ ਸਾਡੇ ਘਰਾਂ ਦੀ ਆਰੰਭਤਾ ਮੰਧਾਣੀ ਦੇ ਰੇੜਕੇ ਨਾਲ ਹੁੰਦੀ ਸੀ। ਸਾਡਾ ਇਤਿਹਾਸ ਸੀ ਕਿ ਜਦੋਂ ਬੀਬੀ ਨੇ ਰੇੜਕਾ ਪਾਉਣਾ ਤੇ ਉਦੋਂ ਦੁੱਧ ਨੂੰ ਰਿੜਕਣਾ, ਉਦੋਂ ਬਾਣੀ ਪੜ੍ਹਦੀਆਂ ਹੁੰਦੀਆਂ ਸੀਗੀਆਂ। ਬੱਚਿਆਂ ਨੂੰ ਗੋਦ ਵਿੱਚ ਲੈ ਕੇ ਬਾਣੀ ਪੜ੍ਹਨੀ, ਇੱਥੋਂ ਸਾਡੇ ਜੀਵਨ ਦੀ ਆਰੰਭਤਾ ਸੀ, ਇੱਥੋਂ ਸਾਡੇ ਅੰਮ੍ਰਿਤ ਵੇਲੇ ਦੀ ਆਰੰਭਤਾ ਹੁੰਦੀ ਸੀ। ਪਰ ਹੁਣ ਅਸੀਂ ਗਵਾ ਚੁੱਕੇ ਹਾਂ। ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ, ਇਹ ਰਹਿਮਤ ਕੀਤੀ। ਸਿੰਘ ਸਾਹਿਬ ਨੇ ਜਦੋਂ ਹੋਕਾ ਦੇਣਾ ਸ਼ੁਰੂ ਕੀਤਾ ਤੇ ਇਹ ਗੁਰਮਤਿ ਕੈਂਪਾਂ ਦੀ ਗੱਲ ਜਦੋਂ ਤੁਰੀ, ਹੁਣ ਤੁਸੀਂ ਵੇਖ ਲਓ ਅੱਜ ਦਿੱਲੀ ਦੇ ਵਿੱਚ 100 ਤੋਂ ਵੱਧ ਥਾਂ ਤੇ ਬੱਚੇ ਗੁਰਮਤਿ ਦੀ ਸਿੱਖਿਆ ਗਰਮੀਆਂ ਦੀਆਂ ਛੁੱਟੀਆਂ ਵਿੱਚ ਪੜ੍ਹ ਰਹੇ ਨੇ। ਮੇਰੇ ਸਾਹਮਣੇ ਇਸ ਤਰ੍ਹਾਂ ਦੇ ਕੇਸ ਵੀ ਆਉਂਦੇ ਨੇ ਕਿ ਬੱਚੇ ਕਹਿੰਦੇ ਅਸੀਂ ਦਾਦਕੇ ਨਹੀਂ ਜਾਣਾ ਛੁੱਟੀਆਂ 'ਚ, ਅਸੀਂ ਨਾਨਕੇ ਨਹੀਂ ਜਾਣਾ, ਅਸੀਂ ਗੁਰਮਤਿ ਪੜ੍ਹਨੀ ਹੈ। ਜੋ ਦਿਨ ਅਸੀਂ ਦੇਖਣਾ ਚਾਹੁੰਦੇ ਸੀ ਕਿ ਦਾਦਾ ਜੀ, ਦਾਦੀ ਜੀ, ਨਾਨਾ ਜੀ ਆਪਣੇ ਪੁੱਤ ਪੋਤਰੇ ਦੀ ਉਂਗਲ ਫੜ ਕੇ ਗੁਰਦੁਆਰੇ ਲੈ ਕੇ ਆਉਣ, ਉਹ ਜਿਹੜਾ ਹੈ ਦਿਨ ਆ ਗਿਆ। ਬੱਚੇ ਉਂਗਲ ਫੜ ਕੇ ਗੁਰਦੁਆਰੇ ਵੱਲ ਨੂੰ ਵਹੀਰਾਂ ਕੱਤ ਕੇ ਆ ਰਹੇ ਨੇ। ਹਰ ਸੈਂਟਰ ਤੇ 50 ਤੋਂ ਉੱਤੇ 100 150 ਬੱਚਾ ਪੜ੍ਹ ਰਿਹਾ ਔਰ ਉਹਨਾਂ ਨੇ ਕਮਾਲ ਕੀਤਾ। ਛੋਟੇ ਛੋਟੇ ਬੱਚਿਆਂ ਨੇ ਗੁਰਮਤਿ ਦੇ ਸਿਧਾਂਤ, ਮੂਲ ਮੰਤਰ, ਜਪਜੀ ਸਾਹਿਬ ਇਹ ਯਾਦ ਕਰਨੇ ਆਰੰਭ ਕਰ ਦਿੱਤੇ। ਇਹ ਸਿੱਖਿਆ ਦੀ ਗੁਰੂ ਨਾਨਕ ਦੀ ਗੱਲ ਜਿਹੜੀ ਹੈ ਉਹ ਜਦੋਂ ਬਚਪਨ ਵਿੱਚ ਬੱਚੇ ਨੂੰ ਸਮਝ ਆ ਜਾਏਗੀ, ਜਦੋਂ ਬਚਪਨ ਵਿੱਚ ਤੁਸੀਂ ਜਪਜੀ ਸਾਹਿਬ ਪੜ੍ਹਾ ਦਿਓਗੇ, ਬਚਪਨ ਵਿੱਚ ਇਹ ਗੱਲ ਬੱਚੇ ਨੂੰ ਸਮਝਾ ਦੋਗੇ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਭਾਈ ਤੁਹਾਡੇ ਨਾਲ ਬਹਿ ਕੇ ਰਹਿ ਰਸ ਕਰੇਗਾ, ਤੁਹਾਡੇ ਨਾਲ ਬਹਿ ਕੇ ਜਪਜੀ ਸਾਹਿਬ ਕਰੇਗਾ। ਸਾਡਾ ਇਹੀ ਤਾਂ ਫਰਜ਼ ਬਣਦਾ ਸੀ। ਅਸੀਂ ਆਪਣੇ ਫਰਜ਼ ਤੋਂ ਕੁਤਾਹੀ ਕਰ ਰਹੇ ਸੀ। ਬਸ ਸਾਡਾ ਇਹੀ ਤਾਂ ਫਰਜ਼ ਸੀ ਨਾ
ਕਿ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੈ ਅਪਾਰ, ਭਜਨ ਸਿਖਾਵੇਂ ਪੁੱਤ ਕੋ ਨਿਤ ਭਜ ਬਾਰੰਬਾਰ। ਸਾਡਾ ਸਭ ਤੋਂ ਮੁੱਢਲਾ ਫਰਜ਼ ਇਹ ਬਣਦਾ ਸੀ ਕਿ ਅਸੀਂ ਆਪਸ ਵਿੱਚ ਇਕੱਠੇ ਹੋ ਕੇ ਬਹਿੰਦੇ, ਆਪ ਭਜਨ ਕਰਦੇ, ਆਪ ਗੁਰੂ ਨਾਨਕ ਦੀ ਸਿੱਖਿਆ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਆਪਣੇ ਜੀਵਨ ਵਿੱਚ ਧਾਰਨ ਕਰਦੇ, ਆਪਣੇ ਪੁੱਤ ਪੋਤਰਿਆਂ ਨੂੰ, ਬੱਚਿਆਂ ਨੂੰ ਇਹ ਸਿੱਖਿਆ ਦਿੰਦੇ। ਪਰ ਅਸੀਂ ਮਾਇਆ ਕਮਾਉਣ 'ਚ ਦੌੜ ਭੱਜ ਵਿੱਚ ਲੱਗੇ ਰਹੇ। ਅਸੀਂ ਆਪ ਵੀ ਲਾਮੇ ਹੋ ਗਏ, ਬੱਚੇ ਵੀ ਲਾਮੇ ਹੋ ਗਏ। ਸੋ ਇਹ ਬਹੁਤ ਵੱਡਾ ਉਪਰਾਲਾ ਹੋਇਆ ਔਰ ਉਹਨਾਂ ਬੱਚਿਆਂ ਨੂੰ ਵੀ ਸ਼ਾਬਾਸ਼ ਹੈ ਜਿਹੜੇ ਤੁਸੀਂ ਵੇਖੋ ਛੁੱਟੀਆਂ ਵਿੱਚ ਵੀ ਸਵੇਰੇ ਸਵੇਰੇ ਉੱਠ ਕੇ, ਕਿਤੇ ਕਲਾਸ 7 ਵਜੇ ਚੱਲ ਰਹੀ ਹੈ, ਕਿਸੇ ਥਾਂ 8 ਵਜੇ ਚੱਲ ਰਹੀ ਹੈ, ਕਿਸੇ ਥਾਂ 9 ਵਜੇ ਚੱਲ ਰਹੀ ਹੈ। ਦਿੱਲੀ ਦਾ ਇਹ ਰਿਕਾਰਡ ਸੀ ਵੀ ਕੋਈ ਬੱਚਾ 9-10 ਵਜੇ ਤੋਂ ਪਹਿਲਾਂ ਨਹੀਂ ਛੁੱਟੀਆਂ ਵਿੱਚ ਉੱਠਦਾ ਸੀ। ਹੁਣ ਬੱਚੇ 7 ਵਜੇ ਗੁਰਮਤਿ ਕਲਾਸ ਵਿੱਚ ਬੈਠੇ ਹੁੰਦੇ ਨੇ। ਸਾਰੀਆਂ ਥਾਵਾਂ 'ਤੇ ਜਿਹੜਾ ਹੈ ਉਹ ਬੱਚੇ ਬੜੇ ਚਾਅ ਨਾਲ ਗੁਰਮਤਿ ਦੀ ਪੜ੍ਹਾਈ ਕਰ ਰਹੇ ਨੇ। ਇਹਦੇ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਹੈ, ਤੁਹਾਡਾ ਸਾਥ ਚਾਹੀਦਾ ਹੈ। ਜਿਨ੍ਹਾਂ ਦੇ ਬੱਚੇ ਹਜੇ ਵੀ ਗੁਰਮਤਿ ਕੈਂਪਾਂ ਵਿੱਚ, ਗੁਰਮਤਿ ਕਲਾਸਾਂ 'ਚ ਨਹੀਂ, ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਸਮਝ ਆ ਸਕੇ ਕਿ ਕਲਗੀਆਂ ਵਾਲੇ ਮੇਰੇ ਮਾਲਕ ਦਾ ਸੁਪਨਾ ਸਾਕਾਰ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਸਿੱਖੀ ਹੈ ਉਹਦਾ ਵਿਸਥਾਰ ਹੋਵੇ। ਗੁਰੂ ਨਾਨਕ ਦਾ ਸੁਪਨਾ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਇਹ ਤਦੇ ਸਫਲਾ ਹੋ ਸਕਦਾ ਹੈ ਜਦੋਂ ਅਸੀਂ ਇੱਕ ਦੂਜੇ ਦਾ ਸਹਿਯੋਗ ਕਰਾਂਗੇ, ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਘਰ ਘਰ ਤੱਕ ਪਹੁੰਚਾਵਾਂਗੇ। ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਨੇ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਇਹ ਸੁਕ੍ਰਿਤ ਕਰਮ ਹੈ, ਇਹੀ ਰਹਿਣਾ ਨਾਲ। ਕਿਸੇ ਦੇ ਬੱਚੇ ਨੂੰ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਇੱਕ ਗੁਰਸਿੱਖੋ ਸ਼ਬਦ ਸਿਖਾਏਗਾ। ਇਹ ਨਾਲ ਜਾਣੇ। ਕਿਸੇ ਦੇ ਬੱਚੇ ਨੂੰ ਕਹੋ ਸਾਡਾ ਬੱਚਾ ਜਾ ਰਿਹਾ ਗੁਰਮਤਿ ਪੜ੍ਹਨ, ਤੁਸੀਂ ਵੀ ਭੇਜੋ। ਬਹੁੜ ਨਾ ਆਵੇ ਵਾਰੀ, ਪਤਾ ਨਹੀਂ ਮੁੜ ਕੇ ਫਿਰ ਵਾਰੀ ਆਉਣੀ ਹੈ ਵੀ ਕਿ ਨਹੀਂ ਆਉਣੀ, ਅੱਜ ਹੀ ਸਿੱਖ ਲਈਏ। ਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਮੇਰੇ ਮਾਲਕ ਕਹਿੰਦੇ ਨੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਏ ਸੰਸਾਰੋ। ਮੇਰੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਕਾਇਆ ਹੈ ਨਾ, ਇਹ ਸਰੀਰ ਸਾਡਾ, ਮੇਰੇ ਮਾਲਕ ਕਹਿੰਦੇ ਜਦੋਂ ਇਹਨੂੰ ਪਤਾ ਇਹ ਹੈ ਕਿ ਭਈ ਮੈਂ ਅੰਮ੍ਰਿਤ ਹੋ ਗਈ ਹਾਂ, ਇਹਨੂੰ ਇਹ ਸਮਝ ਆ ਜਾਏ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਭੁਲੇਖਾ ਹੈ। ਅੰਮ੍ਰਿਤ ਦਾ ਇੱਥੇ ਅਰਥ ਹੈ ਮ੍ਰਿਤੂ ਤੋਂ ਪਰੇ। ਕਹਿੰਦੇ ਜਦੋਂ ਮ੍ਰਿਤੂ ਤੋਂ ਪਰੇ ਹੈ ਤਾਂ ਸੁਖਾਲੀ ਹੈ, ਪਰ ਜਦੋਂ ਮ੍ਰਿਤੂ ਦੇ ਵਸ ਹੈ ਤਾਂ ਮਿੱਟੀ ਦੀ ਢੇਰੀ ਹੈ, ਫਿਰ ਕੁਝ ਵੀ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਇਹਨੂੰ ਇਹ ਗੱਲ ਸਮਝਾਣੀ ਚਾਹੀਦੀ ਹੈ ਕਿ ਭਈ ਇਹ ਸਰੀਰ ਹਮੇਸ਼ਾ ਵਾਸਤੇ ਨਹੀਂ, ਇਹ ਬਾਜੀ ਹੈ ਸੰਸਾਰੋ। ਇਹ ਸੰਸਾਰ ਇੱਕ ਬਾਜ਼ੀ ਹੈ, ਇਹ ਸੰਸਾਰ ਇੱਕ ਖੇਡ ਹੈ ਕਰਤੇ ਪੁਰਖ ਦੀ। ਇਹ ਇੰਨੀ ਕੁ ਖੇਡ ਹੈ ਕਿ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ। ਇਹ ਉਪਜਦਾ ਹੈ, ਬਿਨਸਦਾ ਹੈ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਬਸ ਪਾਣੀ ਦੇ ਬੁੱਧ ਬੁਦੇ ਜਿੰਨੀ ਖੇਡ ਹੈ। ਬਣ ਗਿਆ ਤੇ ਢਹਿ ਗਿਆ, ਬਣ ਗਿਆ ਤੇ ਢਹਿ ਗਿਆ। ਇਹਦੀ ਬਹੁਤੀ ਜਿਹੜਾ ਹੋਂਦ ਨਹੀਂ ਹੈ। ਇਹ ਕਾਇਆ ਵਿੱਚੋਂ ਪ੍ਰਾਣ ਪੰਖੇਰੂ ਕਦੋਂ ਉਡਾਰੀ ਮਾਰ ਜਾਣ ਇਹ ਕੋਈ ਨਹੀਂ ਜਾਣਦਾ। ਮੇਰੇ ਮਾਲਕ ਕਹਿੰਦੇ ਨੇ, ਲੱਭ ਲੋਭ ਮੁੱਚ ਕੂੜ ਕਮਾਵੇਂ, ਬਹੁਤ ਉਠਾਵੇਂ ਭਾਰੋ। ਕਰਦਾ ਕੀ ਹੈ ਮਨੁੱਖ? ਇਹ ਸਰੀਰ ਤਾਂ ਮਿਲ ਗਿਆ, ਇਹ ਕਾਇਆ ਤਾਂ ਮਿਲ ਗਈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਕਾਇਆ ਤੈਨੂੰ ਮਿਲੀ ਤਾਂ ਕਿਸ ਕਰਕੇ ਸੀ ਕਿ ਗੁਰ ਸੇਵਾ ਤੇ ਭਗਤ ਕਮਾਈ। ਤਬ ਇਹ ਮਾਨੁਖ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨੁਖ ਜਨਮ ਕਾ ਇਹੀ ਲਓ। ਇਹ ਮਿਲੀ ਤਾਂ ਭਗਤੀ ਕਰਕੇ ਸੀ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਉਹ ਭਗਤੀ ਕਰਨਾ ਹੀ ਭੁੱਲ ਗਿਆ। ਇਸ ਕਰਕੇ ਮੇਰੇ ਮਾਲਕ ਨੇ ਕਿਹਾ, ਭਜੋ ਗੋਬਿੰਦ ਭੂਲ ਮਤ ਜਾਹੋ। ਗੋਬਿੰਦ ਨੂੰ ਭਜਣਾ ਨਾ ਭੁੱਲ ਜਾਣਾ ਜੇ ਮਨੁੱਖਾ ਦੇਹੀ ਦਾ ਉਧਾਰ ਚਾਹੁੰਦੇ ਹੋ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨੁਸ ਜਨਮ ਕਾ ਇਹੀ ਲਾਭ। ਮਨੁੱਖਾ ਜਨਮ ਦਾ ਇਹੀ ਲਾਭ ਹੈ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਇਹ ਅਵਸਰ ਮਿਲਿਆ, ਇਹ ਬਾਰੀ ਮਿਲੀ ਹੈ, ਇਹਨੂੰ ਨਾ ਭੁੱਲ ਜਾਵੀਂ। ਨਹੀਂ ਤੇ ਯਾਦ ਰੱਖ, ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏਂਦਾ। ਜਿਹੜਾ ਮਨੁੱਖ ਇਸ ਪੌੜੀ ਤੋਂ ਚੂਕ ਗਿਆ, ਇਸ ਮਨੁੱਖਾ ਜੀਵਨ ਤੋਂ ਚੂਕ ਗਿਆ, ਇਸ ਮਨੁੱਖਾ ਜੀਵਨ ਵਿੱਚ ਪਰਮੇਸ਼ਰ ਨੂੰ ਨਹੀਂ ਮਿਲ ਸਕਿਆ, ਸਤਿਗੁਰੂ ਕਹਿੰਦੇ ਫਿਰ ਉਹ ਜੰਮਣ ਮਰਨ ਦੇ ਗੇੜ ਵਿੱਚ ਪਿਆ ਹੀ ਰਹਿੰਦਾ ਹੈ। ਉਹਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।
ਤੇ ਉਹ ਫਿਰ ਗਰਭ ਅਵਸਥਾ ਵਿੱਚ ਦੁੱਖ ਪ੍ਰਾਪਤ ਕਰਦਾ ਰਹਿੰਦਾ ਹੈ। ਭਾਵ ਜੰਮਣ ਮਰਨ ਵਿੱਚ ਉਹ ਦੁੱਖ ਪ੍ਰਾਪਤ ਕਰਦਾ ਰਹਿੰਦਾ ਹੈ। ਤੇ ਮਨੁੱਖ ਕਰਦਾ ਕੀ ਹੈ? ਭਜਨ ਤੇ ਕਰ ਨਹੀਂ ਰਿਹਾ, ਦੇਹੀ ਪ੍ਰਾਪਤ ਹੋ ਗਈ। ਕਰਦਾ ਕੀ ਹੈ? ਇਹ ਲੱਭ ਲੋਭ ਬਹੁਤਾ ਆਪਣੇ ਅੰਦਰ ਇਕੱਠਾ ਕਰੀ ਬੈਠਾ ਹੈ, ਕੂੜ ਇਕੱਠਾ ਕਰੀ ਬੈਠਾ ਹੈ। ਸਤਿਗੁਰੂ ਕਹਿੰਦੇ ਨੇ ਬਹੁਤ ਉਠਾਵੇਂ ਭਾਰੋ, ਲੋਭ ਲਾਲਚ ਦਾ ਇਹ ਭਾਰ ਚੱਕੀ ਫਿਰਦਾ ਹੈ। ਜ਼ਿੰਦਗੀ ਵਿੱਚ ਮਨੁੱਖ ਦੀ ਜ਼ਿੰਦਗੀ ਇੱਕ ਮਸ਼ੀਨ ਬਣ ਕੇ ਰਹਿ ਗਈ ਹੈ। ਪਤਾ ਨਹੀਂ ਦੁਨੀਆ ਭਰ ਦਾ ਲੋਭ ਸੈਸ ਖੱਟੇ ਲਾਖੋ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਕਦੇ ਰੱਜਦਾ ਹੀ ਨਹੀਂ ਹੈ। ਭਾਵੇਂ ਅੱਜ ਲੱਖ ਹੋ ਗਏ ਨੇ, ਕਰੋੜਾਂ ਹੋ ਗਏ ਨੇ, ਫਿਰ ਵੀ ਮਨੁੱਖ ਨੇ ਕਦੇ ਇਹ ਨਹੀਂ ਆਖਿਆ ਕਿ ਮੇਰੇ ਕੋਲ ਬਹੁਤ ਧਨ ਦੌਲਤ ਹੋ ਗਈ ਹੈ, ਹੁਣ ਕੁਝ ਨਹੀਂ ਚਾਹੀਦਾ, ਹੁਣ ਕੇਵਲ ਪਰਮੇਸ਼ਰ ਜੀ ਤੁਹਾਡਾ ਨਾਮ ਚਾਹੀਦਾ ਹੈ, ਤੁਹਾਡੀ ਬੰਦਗੀ ਚਾਹੀਦੀ ਹੈ, ਹੁਣ ਬਹੁਤ ਕੁਝ ਹੋ ਗਿਆ। ਠੀਕ ਹੈ, ਬਹੁਤ ਸਾਰੇ ਅਜਿਹੇ ਵੀ ਹੋਣਗੇ ਜਿਹੜੇ ਸ਼ੁਕਰਾਨਾ ਬਿਰਤੀ ਵਾਲੇ ਨੇ, ਜਿਹੜੇ ਧੰਨਵਾਦ ਬਿਰਤੀ ਵਾਲੇ ਨੇ, ਜਿਨ੍ਹਾਂ ਕੋਲ ਜਿਹੜਾ ਹੈ ਬਹੁਤ ਮਾਲਕ ਨੇ ਬਖਸ਼ਿਸ਼ ਕੀਤੀ ਹੈ ਤੇ ਉਹ ਮਾਲਕ ਦੇ ਅੱਗੇ ਅਰਦਾਸ ਵੀ ਕਰਦੇ ਨੇ, ਸੱਚੇ ਪਾਤਸ਼ਾਹ ਤੂੰ ਬਹੁਤ ਕੁਝ ਦਿੱਤਾ ਹੈ ਤੇ ਹੁਣ ਦੇਣਾ ਤਾਂ ਨਾਮ ਦੀ ਦਾਤ ਬਖਸ਼ਿਸ਼ ਕਰ। ਜਿਹੜੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਕਹੀ ਨਾ ਕਿ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਭਾਈ ਮੰਗਣਾ ਤਾਂ ਹਰੀ ਦਾ ਜਸ ਮੰਗੋ, ਉਸ ਮਾਲਕ ਤੋਂ ਬਹੁਤ ਕੁਝ ਉਸ ਮਾਲਕ ਨੇ ਦਿੱਤਾ ਹੈ। ਐਵੇਂ ਲੋਭ ਅਤੇ ਲਾਲਚ ਦੇ ਜਿਹੜਾ ਪਹਾੜ ਆਪਣੇ ਸਿਰ ਤੇ ਨਾ ਚੁੱਕੀ ਫਿਰੋ, ਇਹ ਨਾਲ ਕੁਝ ਨਹੀਂ ਜਾਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਤਾਂ ਯਾਦ ਰੱਖੋ, ਕਿਸੇ ਕੋਲ ਜਿੰਨਾ ਮਰਜ਼ੀ ਧਨ ਹੈ, ਦੌਲਤ ਹੈ, ਜਿੰਨੇ ਮਰਜ਼ੀ ਉਹਨੇ ਅੰਬਾਰ ਇਕੱਠੇ ਕੀਤੇ ਨੇ, ਪਰ ਉਹਦੀ ਵੀ ਕਾਇਆ ਜੇ ਨਾਮ ਨਹੀਂ, ਬੰਦਗੀ ਨਹੀਂ, ਸਿਮਰਨ ਨਹੀਂ, ਤਾਂ ਸਤਿਗੁਰੂ ਕਹਿੰਦੇ ਨੇ ਤੂੰ ਕਾਇਆ ਮੈਂ ਰੁਲਦੀ ਦੇਖੀ, ਜੋ ਧਰ ਉਪਰ ਛਾਰੋ। ਕਹਿਣ ਲੱਗੇ ਹੇ ਕਾਇਆ ਤੈਨੂੰ ਮੈਂ ਰੁਲਦਿਆਂ ਦੇਖਿਆ ਇੱਥੇ ਸੰਸਾਰ ਦੇ ਵਿੱਚ। ਪੈਸਾ ਵੀ ਰੱਖਿਆ ਰਹਿ ਜਾਂਦਾ, ਧਨ ਵੀ ਰੱਖਿਆ ਰਹਿ ਜਾਂਦਾ, ਸਭ ਕੁਝ ਧਰੇ ਦਾ ਧਰਾ ਰੱਖਿਆ ਰਹਿ ਜਾਂਦਾ। ਜਿਵੇਂ ਧਰਤੀ ਦੇ ਉੱਤੇ ਛਾਰ ਧੂੜ ਪਈ ਹੈ ਨਾ, ਸਵਾ ਪਈ ਹੈ, ਬਸ ਐਵੇਂ ਹੀ ਪਿਆ ਹੋਇਆ, ਕੋਈ ਕੰਮ ਨਹੀਂ ਆਉਂਦਾ, ਕਿਸੇ ਵੀ ਕੰਮ ਨਹੀਂ ਆਉਣਾ। ਇਹ ਕਾਇਆ ਐਵੇਂ ਹੀ ਰੁਲ ਜਾਂਦੀ ਹੈ, ਇਹ ਕਾਇਆ ਐਵੇਂ ਹੀ ਬੇਅਰਥ ਚਲੀ ਜਾਂਦੀ ਹੈ। ਜੇ ਕਿਸੇ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਤੇ ਇਹ ਮਨੁੱਖਾ ਸਰੀਰ ਜਿਹੜਾ ਲੇਖੇ ਵਿੱਚ ਲੱਗ ਜਾਂਦਾ ਹੈ। ਜੇ ਕਿਸੇ ਨੇ ਸੇਵਾ ਕੀਤੀ ਹੈ ਇਸ ਕਾਇਆ ਦੇ ਨਾਲ, ਦੇਖੋ ਇਹ ਸਰੀਰ ਸਾਨੂੰ ਮਨੁੱਖਾ ਜੀਵਨ ਸਾਨੂੰ ਪ੍ਰਾਪਤ ਹੋਇਆ ਹੈ, ਤੇ ਇਸ ਮਨੁੱਖਾ ਜੀਵਨ ਦੇ ਵਿੱਚ ਅਸੀਂ ਪਰਉਪਕਾਰ ਦੇ ਕਾਰਜ ਕਰੀਏ। ਇਹ ਇੰਨੀ ਸੋਹਣੀ ਦੇਹੀ ਪ੍ਰਾਪਤ ਹੋਈ, ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਇਹ ਕੰਚਨ ਵਰਗੀ ਦੇਹੀ ਪ੍ਰਾਪਤ ਹੋਈ ਹੈ, ਤਾਂ ਉਸ ਮਾਲਕ ਨਾਲ ਲਿਵ ਲਾਓ, ਉਸ ਮਾਲਕ ਦੀ ਬੰਦਗੀ ਕਰੋ, ਉਹਦਾ ਸਿਮਰਨ ਕਰੋ, ਕਿਸੇ ਦਾ ਭਲਾ ਕਰੋ, ਪਰਉਪਕਾਰ ਕਰੋ। ਤੇ ਨਹੀਂ ਤਾਂ ਇਹ ਦੇਹੀ ਪ੍ਰਾਪਤ ਹੋ ਗਈ, ਕੁਝ ਨਹੀਂ ਕੀਤਾ ਤੇ ਇਹ ਦੇਹੀ ਸਮਝੋ ਇਹ ਰੁਲ ਗਈ, ਐਵੇਂ ਬੇਅਰਥ ਹੀ ਚਲੀ ਗਈ, ਇਹ ਦੇਹੀ ਕਿਸੇ ਕੰਮ ਨਾ ਆਈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਹੋਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੈ ਪਰਾਈ, ਝੂਠੀ ਲਾਇਤ ਬਾਰੀ। ਹੁਣ ਫੇਰ ਕਾਇਆ ਨੂੰ ਸੰਬੋਧਨ ਕਰ ਰਹੇ, ਕਹਿਣ ਲੱਗੇ ਹੋਂ ਤੁਧ ਆਖਾਂ, ਮੈਂ ਤੈਨੂੰ ਆਖ ਰਿਹਾ, ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ। ਹੇ ਮੇਰੀ ਕਾਇਆ ਤੂੰ ਸੁਣ ਲੈ। ਭਾਵੇਂ ਇੱਥੇ ਕਾਇਆ ਨੂੰ ਸੰਬੋਧਨ ਕਰ ਰਹੇ ਨੇ, ਸਰੀਰ ਨੂੰ ਸੰਬੋਧਨ ਕਰ ਰਹੇ ਨੇ, ਪਰ ਸਤਿਗੁਰੂ ਕਹਿ ਸਾਨੂੰ ਰਹੇ ਨੇ, ਸਾਨੂੰ ਆਖ ਰਹੇ ਨੇ ਕਿ ਭਾਈ ਮੈਂ ਤੈਨੂੰ ਆਖ ਰਿਹਾ, ਤੈਨੂੰ ਕਹਿ ਰਿਹਾ, ਤੂੰ ਮੇਰੀ ਸਿੱਖਿਆ ਸੁਣ, ਚੰਗੀ ਤਰ੍ਹਾਂ ਸੁਣ। ਕੀ ਗੱਲ ਕਹਿਣਾ ਚਾਹੁੰਦੇ ਨੇ? ਸਤਿਗੁਰੂ ਕਹਿੰਦੇ ਮੈਂ ਵੇਖ ਰਿਹਾ ਬਹੁਤ ਸਮੇਂ ਤੋਂ ਤੂੰ ਪਰਾਈ ਨਿੰਦਾ ਕਰਦਾ ਹੈ, ਪਰਾਈ ਨਿੰਦਿਆ ਦਾ ਰਸ ਲੈਣਾ। ਨਹੀਂ ਨਹੀਂ ਨਹੀਂ, ਕੇਵਲ ਪਰਾਈ ਨਿੰਦਿਆ ਹੀ ਨਹੀਂ ਕਰਦਾ, ਤੂੰ ਝੂਠੀ ਲਾਇਤਬਾਰੀ, ਝੂਠ ਵੀ ਬੋਲਦਾ ਹੈਗਾ, ਤੂੰ ਠੱਗੀਆਂ ਠੋਰੀਆਂ ਵੀ ਮਾਰਦਾ ਹੈ, ਤੂੰ ਬੇਵਿਸ਼ਵਾਸਾ ਬੰਦਾ ਹੋਇਆ ਪਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਇਹ ਸੋਭਦਾ ਨਹੀਂ ਹੈ,
ਤੂੰ ਮਨੁੱਖ ਹੈ, ਤੇਰਾ ਕੰਮ ਬਣਦਾ ਹੈ ਕਿਸੇ ਨੂੰ ਉਤਸ਼ਾਹਿਤ ਕਰਨਾ, ਕਿਸੇ ਨੂੰ ਭਲਾ ਕਹਿਣਾ, ਕਿਸੇ ਨੂੰ ਚੰਗਾ ਕਹਿਣਾ, ਤੇ ਤੂੰ ਆ ਕੀ ਕੰਮ ਕਰ ਲਿਆ? ਯਾਦ ਰੱਖ, ਤੈਨੂੰ ਸਮਝਾਇਆ ਸੀ ਨਿੰਦਾ ਭਲੀ ਕਿਸੇ ਕੀ ਨਹੀਂ। ਭਾਈ ਕਿਸੇ ਦੀ ਨਿੰਦਿਆ ਕਰਨੀ ਭਲਾ ਕੰਮ ਨਹੀਂ, ਚੰਗਾ ਕੰਮ ਨਹੀਂ। ਕਿਉਂ ਲੋਕਾਂ ਦੀ ਨਿੰਦਿਆ ਕਰਦਾ ਪਿਆ ਹੈ? ਕਿਉਂ ਲੋਕਾਂ ਨੂੰ ਝੂਠ ਬੋਲੀ ਜਾ ਰਹੇ ਆ? ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲੀ ਜਾਂਦੇ, ਝੂਠ ਦੇ ਕੁਫਰ ਤੋਲੀ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੋਰ ਕੀ ਕਰਦੇ? ਇੱਥੇ ਹਰ ਪਦੇ ਨਾਲ ਜਦੋਂ ਤੁਸੀਂ ਇਹ ਕਰੋਗੇ ਨਾ, ਤੂੰ ਸੁਣ ਸਿੱਖ ਹਮਾਰੀ, ਫਿਰ ਸਿੱਖਿਆ ਵੀ ਉੱਭਰ ਕੇ ਆਏਗੀ, ਫਿਰ ਗੱਲ ਸਮਝ ਆਏਗੀ। ਤੇ ਸਤਿਗੁਰੂ ਅਗਲੇ ਪਦੇ 'ਚ ਕਹਿੰਦੇ ਨੇ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੋਰਿਆਰੀ। ਤੂੰ ਪਰਾਈ ਵੇਲਾਂ ਨੂੰ ਮੂੰਹ ਮਾਰਦਾ ਪਿਆ, ਪਰਾਈਆਂ ਇਸਤਰੀਆਂ ਨੂੰ ਤੱਕਦਾ, ਪਰਾਈਆਂ ਇਸਤਰੀਆਂ ਬਾਰੇ ਮਾੜਾ ਸੋਚਦਾ, ਜਦ ਕਿ ਤੈਨੂੰ ਇੱਕ ਗੱਲ ਸਮਝਾਈ ਗਈ ਸੀ, ਤੈਨੂੰ ਇੱਕ ਸਿੱਖਿਆ ਦਿੱਤੀ ਗਈ ਸੀ ਕਿ ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਤੈਨੂੰ ਇੱਕ ਗੱਲ ਸਮਝਾਈ ਗਈ ਸੀ, ਪਰ ਬੇਲ ਨਾ ਜੋ ਹੈ ਕੰਤ ਤੂੰ, ਐ ਕੰਤ ਐ ਖਸਮ, ਤੂੰ ਪਰਾਈਆਂ ਵੇਲਾਂ ਨੂੰ ਮੂੰਹ ਨਾ ਮਾਰ। ਤੈਨੂੰ ਗੁਰੂ ਘਰੋਂ ਇੱਕ ਉੱਤਮ ਸਿੱਖਿਆ ਦਿੱਤੀ ਗਈ ਸੀ ਕਿ ਭਾਈ ਕਿ ਸਿੱਖ ਉਹ ਹੈ ਜਿਹੜਾ ਸਿੱਖ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ। ਆਪਣੀ ਇਸਤਰੀ ਸੋਹਰਤ ਹੋਈ, ਰਹਿਤਵੰਤ ਸਿੱਖ ਹੈ ਸੋਈ। ਪਰ ਤੂੰ ਕੀ ਕੀਤਾ? ਸਤਿਗੁਰੂ ਪਾਤਸ਼ਾਹ ਕਹਿੰਦੇ ਪਰਾਈਆਂ ਇਸਤਰੀਆਂ ਨੂੰ ਤੱਕਦਾ ਰਹਿੰਦਾ, ਭਾਈ ਮਾੜਾ ਸੋਚਦਾ ਰਹਿੰਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨਹੀਂ, ਤੂੰ ਚੋਰੀਆਂ ਇਤਿਆਦਿ ਕਰਦਾ ਹੈਗਾ। ਸਤਿਗੁਰੂ ਕਹਿੰਦੇ ਇਹ ਭੈੜੀਆਂ ਬਾਦੀਆਂ ਨੂੰ ਆਪਣੇ ਜੀਵਨ ਵਿੱਚੋਂ ਕੱਢ ਦੇ। ਯਾਦ ਰੱਖ, ਹੰਸ ਚਲਿਆ ਤੂੰ ਪਿੱਛੇ ਰਹੀ ਹੈ, ਛੂਟੜ ਹੋਈ ਹੈ ਨਾਰੀ। ਜਦੋਂ ਇਸ ਕਾਇਆ ਵਿੱਚੋਂ ਹੰਸ ਉਡਾਰੀ ਮਾਰ ਗਿਆ ਤੇ ਫਿਰ ਪਿੱਛੇ ਕੀ ਰਹਿ ਗਿਆ? ਫਿਰ ਪਿੱਛੇ ਛੁੱਟੜ ਇਸਤਰੀ ਵਾਂਗ ਰਹਿ ਗਈ। ਜਿਵੇਂ ਕਿਸੇ ਇਸਤਰੀ ਦਾ ਭਰਤਾ ਕਾਲ ਵਸ ਹੋ ਜਾਏ ਤੇ ਉਹ ਛੁੱਟੜ ਇਸਤਰੀ ਪਿੱਛੇ ਰਹਿ ਜਾਂਦੀ ਹੈ। ਕਹਿਣਗੇ ਤੇਰੀ ਕਾਇਆ ਇਸ ਤਰ੍ਹਾਂ ਪਿੱਛੇ ਇਹ ਲਾਵਾਰਿਸ ਰਹਿ ਜਾਏਗੀ, ਇਹਨੂੰ ਫਿਰ ਕਿਸੇ ਨੇ ਨਹੀਂ ਪੁੱਛਣਾ। ਜਦੋਂ ਜਿੰਦ ਨੇ ਉਡਾਰੀ ਮਾਰ ਗਈ, ਹੰਸ ਉਡਾਰੀ ਮਾਰ ਗਿਆ, ਫਿਰ ਕਿਹਨੇ ਪੁੱਛਣਾ ਹੈਗਾ? ਭਾਈ ਯਾਦ ਰੱਖ, ਤੂੰ ਕਾਇਆ ਰਹੀ ਐ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕਰ ਚੋਰੀ ਮੈਂ ਜਾਂ ਕਿਛ ਲੀਆ, ਤਾਂ ਮਨ ਭਲਾ ਪਾਇਆ। ਪਾਤਸ਼ਾਹ ਕਹਿੰਦੇ ਨੇ ਭਾਈ ਤੂੰ ਕਾਇਆ, ਤੂੰ ਆਪਣੇ ਜੀਵਨ ਨੂੰ ਸੁਪਨੰਤਰ ਵਿੱਚ ਹੀ ਵਿਹਾ ਦਿੱਤਾ, ਗਾਫਲਤਾ ਦੀ ਨੀਂਦ ਵਿੱਚ ਹੀ ਵਿਹਾ ਦਿੱਤਾ। ਕਿਆ ਤੈਂ ਕਰਮ ਕਮਾਇਆ? ਦੱਸ ਭਲਾ, ਮੈਂ ਤੈਨੂੰ ਪੁੱਛਣਾ ਚਾਹੁੰਦਾ, ਤੂੰ ਕੀ ਕਰਮ ਕਮਾਇਆ ਹੈ? ਕੁਝ ਕੀਤਾ ਹੈ? ਜੋ ਗੁਰੂ ਨਾਨਕ ਦੀ ਸਿੱਖਿਆ ਸੀ, ਜੋ ਪਾਤਸ਼ਾਹ ਦੀ ਸਿੱਖਿਆ ਸੀ, ਜੋ ਬਾਣੀ ਨੇ ਸਿੱਖਿਆ ਦਿੱਤੀ ਸੀ, ਉਹ ਕਰਮ ਤੂੰ ਕਮਾਇਆ ਹੈ? ਦੱਸ ਕਾਇਆ, ਕੀਤਾ ਕੀ ਹੈ? ਚੋਰੀਆਂ ਕਰਦਾ ਰਿਹਾ। ਕਰ ਚੋਰੀ ਮੈਂ ਜਾਂ ਕੁਛ ਲਿਆ, ਜੋ ਕੁਝ ਪ੍ਰਾਪਤ ਕੀਤਾ। ਤੇ ਪਾਤਸ਼ਾਹ ਕਹਿੰਦੇ ਨੇ ਮਨ ਭਲਾ ਪਾਇਆ, ਤੇਰੇ ਮਨ ਨੂੰ ਭਲਾ ਲੱਗਾ। ਬਸ ਚੋਰੀ ਕਰ ਲਈ, ਕਿਸੇ ਦਾ ਹੱਕ ਮਾਰ ਲਿਆ, ਆਪਣੇ ਆਪ ਰੱਖ ਲਿਆ ਤੇ ਸੋਚਿਆ ਵੀ ਬਹੁਤ ਭਲਾ ਕੰਮ ਹੈ, ਬੜਾ ਚੰਗਾ ਲੱਗਿਆ ਉਸ ਵੇਲੇ। ਸਤਿਗੁਰੂ ਕਹਿੰਦੇ ਤਾਂ ਲੇਖਾ ਜੋਖਾ ਹੋਏਗਾ, ਫਿਰ ਜਵਾਬ ਦੇਣਾ ਪਏਗਾ। ਭਾਈ ਇਹ ਸਰੀਰ, ਇਹ ਕਾਇਆ, ਤੂੰ ਕੀ ਕਰਮ ਕਮਾ ਰਿਹਾ? ਕੀ ਤੈਨੂੰ ਇਹ ਕਰਮ ਕਮਾਉਣਾ ਚਾਹੀਦਾ? ਗੁਰੂ ਅਮਰਦਾਸ ਮਹਾਰਾਜ ਜੀ ਪੁੱਛਦੇ ਨੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ? ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਪਾਤਸ਼ਾਹ ਕਹਿੰਦੇ ਨੇ ਭਾਈ ਯਾਦ ਰੱਖੋ, ਕਹਿ ਨਾਨਕ ਸੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਮੇਰੇ ਮਾਲਕ ਕਹਿੰਦੇ ਉਹ ਕਾਇਆ ਪ੍ਰਵਾਨ ਹੋਏਗੀ, ਉਹ ਸਰੀਰ ਪ੍ਰਵਾਨ ਹੋਏਗਾ ਭਲਿਆ ਜਿਹਨੇ ਸਤਿਗੁਰੂ ਨਾਲ ਚਿੱਤ ਲਾਇਆ। ਲਾਇਆ ਤੂੰ ਚਿੱਤ? ਬੇਨਾ ਤੂੰ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਦੇ ਬਹਿਨਾ ਇੱਕ ਚਿੱਤ, ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਕਦੇ ਚਿੱਤ ਵਿੱਚ ਵਸਾਉਣਾ
ਤੈਨੂੰ ਬਾਰ-ਬਾਰ ਕਿਹਾ ਕਬੀਰ, ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਕੁਝ ਤੇ ਕਰਿਆ ਕਰ, ਇਹ ਮਨੁੱਖਾ ਜੀਵਨ ਦਾ ਉਧਾਰ ਹੋ ਜਾਏ। ਚੋਰੀਆਂ ਕਰੀ ਜਾਣਾ, ਹਟ ਮੰਦਰ ਕਰ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਉਹ ਚੋਰੀਆਂ ਕਰਦਾ ਪਿਆ, ਰੱਬ ਨਹੀਂ ਦੇਖਦਾ ਤੈਨੂੰ? ਉਹਦੇ ਕੋਲੋਂ ਕਿੱਥੇ ਲੁਕਾਵੇਂਗਾ? ਪਾਤਸ਼ਾਹ ਕਹਿੰਦੇ ਹਾਲਤ ਨ ਸ਼ੋਭਾ ਪਲਤ ਨ ਢੋਈ, ਅਹਲਾ ਜਨਮ ਗਵਾਇਆ। ਨਾ ਇੱਥੇ ਢੋਈ ਮਿਲੇਗੀ ਨਾ ਉੱਥੇ ਢੋਈ ਮਿਲੇਗੀ। ਜੇ ਇਹੀ ਕੁਝ ਕਰਦਾ ਰਿਹਾ, ਇਹ ਜਨਮ ਮਨੁੱਖਾ ਜੀਵਨ ਅਹਲਾ ਗਵਾ ਦਿੱਤਾ। ਹੂੰ ਖਰੀ ਦੋਹੇਲੀ ਬਾਬਾ, ਨਾਨਕ ਮੇਰੀ ਬਾਤ ਨ ਪੁੱਛੈ ਕੋਈ। ਹੇ ਭਾਈ, ਕਹਿਣ ਲੱਗੇ, ਇੱਥੇ ਬਾਬਾ ਸ਼ਬਦ ਸੰਬੋਧਨ ਹੈ। ਹੇ ਭਾਈ, ਕਹਿਣ ਲੱਗੇ ਮੈਂ ਬੜੀ ਦੁਖੀ ਹਾਂ। ਹੁਣ ਕਾਇਆ ਬੋਲ ਰਹੀ ਹੈ, ਕਹਿੰਦੇ ਮੈਂ ਬੜੀ ਖਰੀ ਦੁਹੇਲੀ ਹਾਂ, ਬੜੀ ਦੁਖੀ ਹਾਂ। ਨਾਨਕ, ਹੇ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ। ਰਹਾਓ, ਕਹਿੰਦੇ ਇਸ ਤਰੀਕੇ ਨਾਲ ਤਾਂ ਹੁਣ ਮੇਰੀ ਕੋਈ ਬਾਤ ਹੀ ਨਹੀਂ ਪੁੱਛਦਾ। ਜੋ ਹਾਲਾਤ ਮੇਰੇ ਬਣੇ ਪਏ ਨੇ, ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ, ਕਿਸ ਹੀ ਨਾਲ ਨ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਜੋ ਕੁਝ ਮੈਂ ਹਾਥੀ ਘੋੜੇ ਹੀਰੇ ਜ਼ਵਾਰਾਤ ਸਭ ਕੁਝ ਇਕੱਠਾ ਕੀਤਾ, ਕਹਿਣ ਲੱਗੇ ਇਹ ਨਾਲ ਨਹੀਂ ਚੱਲ ਰਿਹਾ, ਸਭ ਇੱਥੇ ਹੀ ਰਹਿ ਜਾਂਦਾ ਹੈ। यूं तो यारो बहुत कमाया, क्या हीरे क्या मोती, पर सच जानना कफन में जेब नहीं होती। कुछ भी नाल नहीं जाना है, सब कुछ इत्थे ही रह गया। नांगो आवन नांगो जासी। सतगुरु पातशाह कहंदे ने, पूजा मेवा मैं सब किच चाखिया, एक अमृत नाम तुम्हारा। हुण मैनू समझ आई, मैं मिश्री भी खाधी, मैं मेवे भी खाधे, बड़ा कुछ किया, पर तेरा अमृत नाम जिन्ना मिठा है ना, ਉਹਦੇ ਬਰਾਬਰ ਦਾ ਹੋਰ ਕੁਝ ਹੈ ਹੀ ਨਹੀਂ। ਬਾਬਾ ਫਰੀਦ ਸਾਹਿਬ ਦੀ ਜਿਹੜੀ ਗੱਲ ਤੁਸੀਂ ਸੁਣਦੇ ਹੋ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਰੱਬ ਦੇ ਬਰਾਬਰ ਕੁਝ ਵੀ ਮਿੱਠਾ ਨਹੀਂ। ਪਰਮੇਸ਼ਰ ਦਾ ਨਾਮ ਸਭ ਤੋਂ ਮਿੱਠਾ ਹੈ, ਪਰ ਫਿਰ ਵੀ ਮਨੁੱਖ ਕੀ ਕਰਦਾ ਹੈ? ਸਤਿਗੁਰੂ ਕਹਿੰਦੇ ਨੇ, ਦੇ ਦੇ ਨੀਵ ਦੀਵਾਲ ਉਸਾਰੀ, ਭਸਮ ਅੰਦਰ ਕੀ ਢੇਰੀ, ਸੰਚੇ ਸੰਚ ਨ ਦੇਹੀ ਕਿਸ ਹੀ, ਅੰਧ ਜਾਣੇ ਸਭ ਮੇਰੀ। ਬਹੁਤ ਨੀਹਾਂ ਡੂੰਘੀਆਂ ਪੁੱਟ ਕੇ ਫੇਰ ਦੀਵਾਲਾਂ ਉਸਾਰੀਆਂ, ਜਿਹੜਾ ਵੱਡੇ ਵੱਡੇ ਮਹੱਲ ਖੜੇ ਕਰ ਲਏ, ਆਖਰ ਨੂੰ ਕੀ ਹੁੰਦਾ? ਸਭ ਢਹਿ ਕੇ ਢੇਰੀ ਹੋ ਜਾਂਦੇ ਨੇ। ਜਿਵੇਂ ਮੰਦਰ ਵਿੱਚ ਸਵਾਹ ਦੀ ਢੇਰੀ ਲੱਗੀ ਹੁੰਦੀ ਹੈ ਨਾ, ਇਸ ਤਰ੍ਹਾਂ ਇੱਕ ਵਾਰੋਲਾ ਹੀ ਢਾਹ ਕੇ ਸਵਾਹ ਕਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਬੜਾ ਧਨ ਸੰਚ ਕੇ ਇਕੱਠਾ ਕਰ ਲਿਆ। ਜੈਸੇ ਸੀਚ ਸੀਚ ਕੈ ਮਧੂ ਮਾਖੀ ਇਕੱਤਰ ਕਰੈ, ਹਰੈ ਮਧੁਵਾਰੋ ਆਏ ਤਾਂ ਕੈ ਮੁਖ ਛਾਰ ਡਾਰੈ। ਮਧੂ ਮੱਖੀ ਜਿਵੇਂ ਸ਼ਹਿਦ ਇਕੱਠਾ ਕਰਦੀ ਫੁੱਲਾਂ ਤੋਂ, ਮਧਵਾਰਾ ਆਉਂਦਾ ਡੂਮਣਾ ਤੋੜਦਾ ਲੈ ਜਾਂਦਾ। ਇਸੇ ਤਰ੍ਹਾਂ ਬੰਦਾ ਬੜੀ ਦੌਲਤ ਇਕੱਠੀ ਕਰਦਾ ਹੈ, ਪਰ ਜਦੋਂ ਰੱਬ ਦਾ ਸੁਨੇਹਾ ਆ ਗਿਆ, ਇਹ ਦੌਲਤ ਇੱਥੇ ਹੀ ਰੱਖੀ ਰਹਿ ਜਾਂਦੀ ਹੈ। ਪਤੀ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਮੇਰੇ ਮਾਲਕ ਕਹਿੰਦੇ ਖਸਮ ਮਰ ਜਾਂਦਾ, ਇਹ ਰੋਂਦੀ ਨਹੀਂ, ਇਹ ਇੱਥੇ ਦੇ ਇੱਥੇ ਹੀ ਰੱਖੀ ਰਹਿ ਜਾਂਦੀ ਹੈ। ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੈ ਨ ਕੇਰੀ। ਭਾਵੇਂ ਕਿਸੇ ਦੀ ਸਰਬ ਸੋਇਨਸੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰਬਾਂਦੇ ਹਾਥੀ, ਖਿਨਮੈ ਪਈ ਪਰਾਈ। ਇੱਥੇ ਹੀ ਰਹਿ ਜਾਂਦੀ ਹੈ। ਫਿਰ ਮਾਲਕ ਅਖੀਰਲੇ ਬੰਦ ਕਹਿੰਦੇ ਨੇ, ਸੁਣ ਮੂਰਖ ਮਨ ਅਜਾਣਾ, ਹੋਗ ਤਿਸੈ ਕਾ ਭਾਣਾ। ਰਹਾਉ, ਮੇਰੇ ਮਾਲਕ ਕਹਿੰਦੇ, ਹੇ ਅਣਜਾਣ ਬੰਦੇ ਸੁਣ, ਰੱਬ ਦਾ ਭਾਣਾ ਹੈ, ਪਰਮੇਸ਼ਰ ਦਾ ਭਾਣਾ। ਰੱਬ ਦੀ ਰਜ਼ਾ ਨੂੰ ਆਪਣੇ ਦਿਲ ਵਿੱਚ ਮੰਨਿਆ ਕਰ, ਸ਼ਿਵਕਾਰ ਕਰਿਆ ਕਰ। ਇੱਥੇ ਉਹੀ ਕੁਝ ਹੋਣਾ ਜੋ ਰੱਬ ਦਾ ਭਾਣਾ ਹੈ। ਮੇਰੇ ਮਾਲਕ ਕਹਿੰਦੇ ਨੇ, ਸ਼ਾਹ ਹਮਾਰਾ ਠਾਕੁਰ ਭਾਰਾ, ਹਮ ਤਿਸ ਕੇ ਵਣਜਾਰੇ। ਭਾਈ, ਉਹ ਪਰਮਾਤਮਾ ਵਾਹਿਗੁਰੂ ਖਸਮ ਸਾਡਾ ਵੱਡਾ ਵਣਜਾਰਾ ਹੈ, ਅਸੀਂ ਉਹਦੇ ਵਣਜਾਰੇ ਹਾਂ। ਸਾਡਾ ਕੰਮ ਫਰਜ਼ ਬਣਦਾ ਹੈ ਕਿ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸਮਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭੈ ਨਾਲ। ਔਰ ਇੱਕ ਗੱਲ ਆਪਣੇ ਦਿਲ ਵਿੱਚ ਜਾਣ ਲਈਏ ਕਿ ਮੇਰੇ ਮਾਲਕ ਕਹਿੰਦੇ ਨੇ, ਜੀਓ ਪਿੰਡ ਸਭ ਰਾਸ ਤਿਸੈ ਕੀ, ਮਾਰੇ ਆਪੇ ਜੀ ਵਾਲੇ। ਇਹ ਜੀਓ, ਇਹ ਜਿੰਦ ਆਤਮਾ,
ਇਹ ਪਿੰਡ, ਇਹ ਕਾਇਆ, ਇਹ ਸਰੀਰ ਸਭ ਉਸ ਦੀ ਹੈ। ਉਹ ਭਾਵੇਂ ਮਾਰੇ ਤੇ ਭਾਵੇਂ ਜਿੰਦਾ ਰੱਖੇ, ਇਹ ਉਸ ਦੀ ਵਡਿਆਈ ਹੈ। ਮੇਰੇ ਮਾਲਕ ਕਿਰਪਾ ਕਰਨ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਆਪ ਜੀ ਨੇ ਖਿਮਾ ਕਰਨਾ। ਗੁਰਬਾਣੀ ਦੀ ਕੋਈ ਸਿੱਖਿਆ ਚੰਗੀ ਲੱਗੀ ਹੋਵੇ ਆਪਣੇ ਹਿਰਦੇ ਵਿੱਚ ਵਸਾਇਓ। ਸਾਰਿਆਂ ਦਾ ਧੰਨਵਾਦ। ਖਾਸ ਧੰਨਵਾਦ ਸਿੰਘ ਸਾਹਿਬ ਜੀ ਦਾ, ਜਿਹੜੇ ਪਿਆਰ ਬਖਸ਼ਿਸ਼ ਕਰਦੇ ਨੇ ਜੀ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।